ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ 1035 ਅੰਗ ਤੇ ਮਾਰੂ ਰਾਗ ਦੇ ਵਿੱਚ ਪਹਿਲੀ ਪਾਤਸ਼ਾਹੀ ਦੇ ਸੋਹਲੇ ਜਿਹੜੇ ਹੈਗੇ 15ਵਾਂ ਸੋਹਲਾ ਲੈ ਰਹੇ। ਇਹ ਪੰਜ ਜਿਹੜੇ ਸੋਹਲੇ ਇਹਨਾਂ ਦੀ ਜਿਹੜੀ ਹੈਗੀ ਟੌਪਿਕ ਹੈਗਾ, ਇੱਕ ਲੜੀ ਹੈਗੀ ਆ, ਉਹਦੇ ਵਿੱਚੋਂ ਤੀਸਰਾ ਲੈ ਰਹੇ। ਮਹਾਰਾਜ ਮੇਹਰ ਕਰਨ। ਮਾਰੂ ਮਹਲਾ ਪਹਿਲਾ। ਅਰਬਦ ਨਰਬਦ ਧੁੰਦੂਕਾਰਾ, ਤਰਨ ਨਾ ਗਗਨਾ ਹੁਕਮ ਅਪਾਰਾ। ਅਰਬਦ ਦਾ ਮਤਲਬ ਹੈ, ਅਰਬਦ ਜਿਹੜਾ ਹੈਗਾ ਇੱਕ ਕਾਊਂਟਿੰਗ ਹੈਗੀ ਆ। ਅਰਬਦ ਦਾ ਮਤਲਬ ਹੁੰਦਾ 10 ਕਰੋੜ ਸਾਲ। 10 ਕਰੋੜ ਸਾਲ ਅਰਬਦ। ਔਰ ਨਰਬਦ ਦਾ ਮਤਲਬ ਹੈ ਬਈ ਜਿਹੜਾ ਕਾਊਂਟ ਹੀ ਨਾ ਕੀਤਾ ਜਾ ਸਕੇ। 10 ਕਰੋੜ ਵੀ ਘੱਟ ਜਾਣ, ਉਹਦੇ ਵਾਸਤੇ ਅੱਖਰ ਹੀ ਨਾ ਵਰਤਿਆ ਜਾ ਸਕੇ, ਕਿਉਂਕਿ ਮਾਲਕ ਪਰਮਾਤਮਾ ਤਾਂ ਜਿਹੜਾ ਹੈਗਾ ਹਮੇਸ਼ਾ ਹੈਗਾ ਭਾਈ। ਉਹਦੇ ਵਾਸਤੇ ਸਮਾਂ ਥੋੜੀ ਨਾ ਹੈਗਾ। ਸਮਾਂ ਤਾਂ ਉਹਨੇ ਮਾਲਕ ਨੇ ਬਣਾਇਆ ਹੈ ਆਪਣੇ ਵਾਸਤੇ। ਮਾਲਕ ਦੇ ਵਾਸਤੇ ਕੋਈ ਸਮਾਂ ਨਹੀਂ ਹੈਗਾ। ਆਪਣੇ ਸਮੇਂ ਨੂੰ ਮਹਾਰਾਜ ਕਹਿੰਦੇ ਆ ਭਾਈ ਨਹੀਂ ਦੱਸ ਸਕਦੇ ਭਾਈ ਮਾਲਕ ਪਰਮਾਤਮਾ ਦੇ ਕਦੋਂ ਤੋਂ ਜਿਹੜਾ ਹੈਗਾ ਕਦੋਂ ਤੋਂ ਕੱਲਾ ਸੀਗਾ ਮਾਲਕ ਪਰਮਾਤਮਾ। ਧੁੰਦੂਕਾਰਾ, ਅਰਬਦ ਨਰਬਦ ਧੁੰਦੂਕਾਰਾ, ਤਰਨ ਨਾ ਗਗਨਾ ਹੁਕਮ ਅਪਾਰਾ। ਕਹਿੰਦੇ ਨਾ ਧਰਤੀ ਸੀਗੀ, ਨਾ ਗਗਨ ਸੀਗਾ, ਨਾ ਇਹ ਪਲੈਨਟਸ, ਕੁਛ ਵੀ ਨਹੀਂ ਸੀਗੇ। ਔਰ ਨਾ ਹੀ ਜਿਹੜਾ ਹੈਗਾ ਹੁਕਮ ਅਪਾਰਾ ਸੀਗਾ, ਕਿਉਂਕਿ ਹੁਕਮ ਜਿਹੜਾ ਹੈਗਾ, ਹੁਕਮ ਦੇ ਵਾਸਤੇ ਕੋਈ ਨਾ ਕੋਈ ਹੁਕਮ ਜਿਸ ਤੇ ਚੱਲਣਾ ਹੈ ਭਾਈ, ਕੋਈ ਨਾ ਕੋਈ ਹੁਕਮ ਨੂੰ ਮੰਨਣ ਵਾਲਾ ਚਾਹੀਦਾ ਹੈ। ਉਹ ਮਾਲਕ ਪਰਮਾਤਮਾ ਤਾਂ ਆਪ ਹੀ ਇਕੱਲਾ ਸੀਗਾ, ਤੇ ਉਹਦਾ ਨਾ ਕੋਈ ਹੁਕਮ ਤੇ ਨਾ ਕੋਈ ਹੁਕਮ ਨੂੰ ਮੰਨਣ ਵਾਲਾ। ਆਪ ਹੀ ਹੁਕਮ ਕਰਦਾ ਸੀ, ਆਪ ਹੀ ਉਹਨੇ ਇੰਪਲੀਮੈਂਟ ਕਰਦਾ ਸੀ। ਅਰਬਦ ਨਰਬਦ ਧੁੰਦੂਕਾਰਾ, ਤਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਇਂਦਾ। ਕਹਿੰਦੇ ਨਾ ਕੋਈ ਦਿਨ ਰਾਤ ਸੀਗੀ, ਨਾ ਚੰਦ ਸੂਰਜ ਸੀਗਾ, ਬਸ ਕੁਛ ਸੀਗਾ ਹੀ ਨਹੀਂ। ਮਾਲਕ ਪਰਮਾਤਮਾ ਕਲਮ ਖੱਲਾ, ਸੁਨ ਸਮਾਧੀ। ਖਾਣੀ ਨਾ ਬਾਣੀ, ਪਾਉਣ ਨਾ ਪਾਣੀ। ਨਾ ਕੋਈ ਉਤਪੱਤੀ ਸੀਗੀ, ਨਾ ਅੰਡਸ ਜੇਰਸ ਸੇਤਜ ਉਤਪੁਚ ਆ ਖਾਣੀਆਂ, ਤੇ ਨਾ ਕੋਈ ਬੋਲੀ ਬੋਲਣ ਵਾਲੇ, ਨਾ ਹਵਾ ਨਾ ਪਾਣੀ। ਉਪਤ ਖਪਤ ਨਾ ਆਵਣ ਜਾਣੀ। ਨਾ ਕੋਈ ਪੈਦਾ ਹੋ ਰਿਹਾ ਸੀਗਾ, ਨਾ ਕੋਈ ਖਪ ਰਿਹਾ ਸੀਗਾ, ਨਾ ਕੋਈ ਆ ਰਿਹਾ ਸੀ, ਨਾ ਕੋਈ ਜਾ ਰਿਹਾ ਸੀਗਾ। ਕੱਲਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ। ਅਰਬਦ ਨਰਬਦ ਧੁੰਦੂਕਾਰਾ। ਕਿਰਪਾਲ ਜੀ ਤੁਹਾਡਾ ਉਹ ਬੰਦ ਕਰ ਦੇਣਾ। ਹਾਂਜੀ। ਅਰਬਦ ਨਰਬਦ ਧੁੰਦੂਕਾਰਾ, ਤਰਨ ਨਾ ਗਗਨਾ ਹੁਕਮ ਅਪਾਰਾ। ਅਸੀਂ 1035 ਅੰਕ ਤੋਂ ਸ਼ੁਰੂ ਕੀਤਾ ਹੈ ਜੀ ਸ਼ਬਦ ਸੋਹਲਾ 15ਵਾਂ। ਅਰਬਦ ਦਾ ਮਤਲਬ ਹੁੰਦਾ ਹੈ 10 ਕਰੋੜ ਸਾਲ। ਨਰਬਦ ਦਾ ਮਤਲਬ ਜਿਹਦੇ ਵਾਸਤੇ ਅੱਖਰ ਹੀ ਨਾ ਵਰਤਿਆ ਜਾ ਸਕੇ। ਅਰਬਦ ਨਰਬਦ ਧੁੰਦੂਕਾਰਾ, ਕੁਛ ਨਹੀਂ ਸੀਗਾ, ਉਹ ਮਾਲਕ ਪਰਮਾਤਮਾ ਸੀਗਾ। ਨਾ ਧਰਤੀ ਸੀ, ਜਿਵੇਂ ਵੀਰ ਜੀ ਆਪਾਂ ਕਹਿੰਦੇ ਨੇ ਅਰਬਾਂ ਖਰਬਾਂ ਸਾਲ ਹੋ ਗਏ, ਏਦਾਂ ਅਰਬਦ ਨਰਬਦ ਹਨਾ, ਜਿਹਦਾ ਕੋਈ ਕਾਊਂਟ ਨਹੀਂ ਹੈ ਹਨਾ, ਕਾਊਂਟਲੈਸ ਈਅਰਸ ਪਹਿਲਾਂ ਹਨਾ ਜੀ। ਬਿਲਕੁਲ ਸਮਾਂ ਨਹੀਂ ਉਹਦੇ ਤੇ, ਉਹ ਕਿਹਾ ਹੀ ਨਹੀਂ ਜਾ ਸਕਦਾ, ਅੱਖਰਾਂ 'ਚ ਬੋਲਿਆ ਨਹੀਂ ਜਾ ਸਕਦਾ। ਤਰਨ ਨਾ ਗਗਨਾ ਹੁਕਮ ਅਪਾਰਾ। ਨਾ ਧਰਤੀ ਸੀ, ਨਾ ਗਗਨ ਸੀਗੇ, ਨਾ ਪਲੈਨਟਸ, ਕੁਛ ਨਹੀਂ ਬਣਾਇਆ ਸੀ ਮਾਲਕ ਪਰਮਾਤਮਾ ਨੇ। ਨਾ ਹੀ ਉਹਦਾ ਹੁਕਮ ਮੰਨਣ ਵਾਸਤੇ ਜਿਹੜਾ ਹੈਗਾ ਕੋਈ ਜਿਹੜੇ ਹੈਗੇ ਆ ਸੇਵਕ ਸੀਗੇ ਜਿਹੜੇ ਉਹਦੇ ਹੁਕਮ ਮੰਨਣ ਵਾਸਤੇ। ਨਾ ਸ੍ਰਿਸ਼ਟੀ ਹੀ ਨਹੀਂ ਸੀਗੀ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ,
ਸੁਨ ਸਮਾਧ ਲਗਾਇਂਦਾ। ਨਾ ਦਿਨ ਰਾਤ ਸੀਗੇ, ਨਾ ਚੰਦ ਸੀਗਾ, ਨਾ ਸੂਰਜ ਸੀਗਾ। ਸੁਨ ਸਮਾਧੀ ਲੱਗੀ ਹੋਈ ਸੀ। ਮਾਲਕ ਪਰਮਾਤਮਾ ਕਲਮ ਕੱਲਾ ਸੀਗਾ। ਖਾਣੀ ਨਾ ਪਾਣੀ, ਪਾਉਣ ਨਾ ਪਾਣੀ। ਨਾ ਇਹ ਚਾਰ ਖਾਣੀਆਂ ਸੀਗੀਆਂ, ਕੋਈ ਖਾਣੀਆਂ ਸੀਗੀਆਂ ਹੀ ਨਹੀਂ, ਪੈਦਾਵਾਰ ਹੀ ਨਹੀਂ ਸੀਗੀ। ਨਾ ਕੋਈ ਬੋਲੀ ਬੋਲਣ ਵਾਲੀ, ਨਾ ਬਾਣੀ ਸੀਗੀ ਤੇ ਨਾ ਪਾਉਣ ਸੀਗੀ ਤੇ ਨਾ ਪਾਣੀ ਸੀਗਾ। ਉਪਤ ਖਪਤ ਨਾ ਆਵਣ ਜਾਣੀ। ਨਾ ਕੋਈ ਉਤਪਤੀ ਹੁੰਦੀ ਸੀ, ਨਾ ਨਸ਼ਟ ਹੁੰਦੀ ਸੀ। ਨਾ ਜਿਹੜਾ ਹੈਗਾ ਆਉਂਦਾ ਸੀ ਕੋਈ ਤੇ ਨਾ ਜਾਂਦਾ ਸੀ। ਇਹ ਸਿਲਸਿਲਾ ਆਉਣ ਜਾਣ ਵਾਲਾ ਨਹੀਂ ਸੀਗਾ। ਖੰਡ ਪਤਾਲ ਸਪਤ ਨਹੀਂ ਸਾਗਰ। ਨਦੀ ਨਾ ਨੀਰ ਵਹਾਇਂਦਾ। ਨਾ ਕੋਈ ਆ ਧਰਤੀ ਦੇ ਖੰਡ, ਨਾ ਪਤਾਲ ਆ ਪਾਣੀ। ਪਤਾਲੋਕ, ਸਪਤ ਸੱਤ, ਸਪਤ ਨਹੀਂ ਸਾਗਰ, ਸੱਤ ਸਮੁੰਦਰ ਕੁਛ ਵੀ ਨਹੀਂ ਸੀਗੇ। ਨਾ ਨਦੀ ਨਾ ਨੀਰ ਵਹਾਇਂਦਾ। ਨਾ ਨਦੀ ਤੇ ਨਾ ਪਾਣੀ ਵਹਿੰਦਾ ਸੀ ਵਾਪਸ ਸਾਗਰ 'ਚ ਜਾਂਦਾ ਸੀਗਾ। ਨਾ ਤਦ ਸੁਰਗ ਮੱਛ ਪਿਆਲਾ। ਨਾ ਸਵਰਗ ਸੀਗੇ ਤੇ ਨਾ ਆ ਮ੍ਰਿਤਲੋਕ ਧਰਤੀ ਤੇ ਨਾ ਪਤਾਲ ਲੋਕ। ਦੋਜ਼ਕ ਪਿਸ਼ਤ ਨਹੀਂ ਖੈ ਕਾਲਾ। ਕੋਈ ਦੋਜ਼ਕ ਨਹੀਂ ਸੀਗਾ, ਨਰਕ ਤੇ ਨਾ ਸਵਰਗ। ਨਾ ਹੀ ਕੋਈ ਖੈ ਕਰਨ ਵਾਲਾ ਕਾਲ ਸੀਗਾ। ਨਰਕ ਸੁਰਗ ਨਹੀਂ ਜੰਮਣ ਮਰਨਾ। ਨਾ ਕੋ ਆਏ ਨਾ ਜਾਇਂਦਾ। ਨਾ ਕੋਈ ਨਰਕ ਤੇ ਨਾ ਸਵਰਗ ਤੇ ਨਾ ਕੋਈ ਜੰਮਦਾ ਸੀ, ਨਾ ਕੋਈ ਮਰਦਾ ਸੀਗਾ, ਨਾ ਕੋਈ ਆਉਂਦਾ ਸੀ, ਨਾ ਕੋਈ ਜਾਂਦਾ ਸੀਗਾ। ਬ੍ਰਹਮਾ ਵਿਸ਼ਨੂੰ ਮਹੇਸ਼ ਨਾ ਕੋਈ। ਆ ਦੇਖੋ, ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਪਰਮਾਤਮਾ ਨਹੀਂ ਹੈਗੇ। ਇਹ ਕੋਈ ਸੀਗਾ ਹੀ ਨਹੀਂ ਉਦੋਂ, ਪਰਮਾਤਮਾ ਸੀਗਾ ਉਦੋਂ। ਬ੍ਰਹਮਾ ਵਿਸ਼ਨੂੰ ਮਹੇਸ਼ ਨਾ ਕੋਈ। ਆਵਰ ਨਾ ਦਿਸੈ ਏਕੋ ਸੋਈ। ਕੋਈ ਹੋਰ ਨਹੀਂ ਸੀਗਾ ਭਾਈ, ਇੱਕ ਮਾਲਕ ਪਰਮਾਤਮਾ ਸੀਗਾ। ਨਾਰ ਪੁਰਖ ਨਹੀਂ ਜਾਤ ਨਾ ਜਨਮਾ। ਨਾ ਕੋ ਦੁੱਖ ਸੁਖ ਪਾਇਂਦਾ। ਨਾ ਕੋਈ ਔਰਤ, ਨਾ ਕੋਈ ਆਦਮੀ, ਨਾ ਕੋਈ ਜਾਤ, ਨਾ ਕੋਈ ਉਸ ਜਾਤ 'ਚ ਜਨਮ ਲੈਣ ਵਾਲਾ। ਨਾ ਕੋਈ ਦੁੱਖ ਤੇ ਨਾ ਕੋਈ ਸੁੱਖ ਪਾਉਂਦਾ ਸੀਗਾ। ਨਾ ਤਦ ਜਤੀ ਸਤੀ ਬਨਵਾਸੀ। ਨਾ ਉਹਦੇ ਜੱਤ ਵਾਲੇ ਵੀ ਨਹੀਂ ਸੀਗੇ, ਕੰਟਰੋਲ ਆਫ ਸੈਂਸਸ। ਨਾ ਕੋਈ ਸੱਤ ਵਾਲੇ ਸੀਗੇ, ਸੱਚੇ ਆਚਰਣ ਵਾਲੇ। ਨਾ ਕੋਈ ਬਨ ਦੇ ਵਿੱਚ ਰਹਿਣ ਵਾਲੇ ਸੀਗੇ ਜਾਂ ਘਰ ਛੱਡ ਕੇ। ਨਾ ਤਦ ਸਿੱਧ ਸਾਧਕ ਸੁਖਵਾਸੀ। ਨਾ ਕੋਈ ਸਿੱਧ ਸੀਗੇ, ਨਾ ਕੋਈ ਸਾਧਨਾ ਕਰਨ ਵਾਲੇ ਸੀਗੇ। ਨਾ ਕੋਈ ਗ੍ਰਸਤੀ ਸੀਗੇ, ਸੁਖਵਾਸੀ ਗ੍ਰਸਤੀ ਸੀਗੇ। ਜੋਗੀ ਜੰਗਮ ਭੇਖ ਨਾ ਕੋਈ। ਨਾ ਕੋ ਨਾਥ ਕਹਾਇਂਦਾ। ਨਾ ਕੋਈ ਜੋਗੀ, ਨਾ ਕੋਈ ਜੰਗਮ ਕੈਟੇਗਰੀ ਦੇ ਜੋਗੀ, ਨਾ ਕੋਈ ਭੇਖ ਕਰਨ ਵਾਲਾ ਕੋਈ ਨਾ ਕੋਈ ਇਹਨਾਂ ਦੇ ਜੋਗੀਆਂ ਦਾ ਨਾਥ। ਗੋਰਖਨਾਥ, ਭੈਰੋਨਾਥ, ਇਹ ਮਛੰਦਰਨਾਥ। ਜੋਗੀ ਜੰਗਮ ਭੇਖ ਨਾ ਕੋਈ। ਨਾ ਕੋ ਨਾਥ ਕਹਾਇਂਦਾ। ਜਪ ਤਪ ਸੰਜਮ ਨਾਮ ਵਰਤ ਪੂਜਾ। ਨਾ ਕੋਈ ਜਪ ਤੇ ਨਾ ਕੋਈ ਤਪ ਜਿਹੜਾ ਹੈ ਕਰਮ ਕਾਂਡ। ਨਾ ਕੋਈ ਸੰਜਮ, ਨਾ ਕੋਈ ਵਰਤ ਤੇ ਨਾ ਪੂਜਾ। ਨਾ ਕੋ ਆਖ ਵਖਾਣੇ ਦੂਜਾ। ਕੋਈ ਡੁਆਲਿਟੀ, ਦੂਸਰਾ ਜਿਹੜਾ ਹੈਗਾ ਦੂਸਰਾ ਸੀਗਾ ਹੀ ਨਹੀਂ ਤੇ ਦੂਸਰੇ ਨੂੰ ਆਖਣ ਵਾਲਾ ਕਿਹੜਾ ਸੀਗਾ। ਆਪੇ ਆਪ ਉਪਾਏ ਵਿਗਸੈ ਆਪੇ ਕੀਮਤ ਪਾਇਂਦਾ। ਆਪਣਾ ਆਪ ਮਾਲਕ ਦਾ ਪ੍ਰਗਟ ਸੀਗਾ ਤੇ ਆਪ ਆਪਣੇ 'ਚ ਹੀ ਖੁਸ਼ ਸੀਗਾ। ਆਪ ਹੀ ਆਪਣੀ ਕੀਮਤ ਪਾਉਂਦਾ ਸੀ ਮਾਲਕ ਪਰਮਾਤਮਾ। ਪਰ ਮਾਲਕ ਪਰਮਾਤਮਾ ਸੀਗਾ। ਨਾ ਸੁੱਚ ਸੰਜਮ ਤੁਲਸੀ ਮਾਲਾ। ਨਾ ਸੁੱਚਾ ਹੋਣ ਦਾ ਜਿਹੜਾ ਹੈਗਾ ਇਨਸਾਨ ਜਿਹੜਾ ਪਵਿੱਤਰ ਹੋਣ ਦਾ, ਨਾ ਕੋਈ ਸੰਜਮ ਸੀਗਾ, ਨਾ ਕੋਈ ਮਾਲਾ ਜਿਹੜੀ ਹੈਗੀ ਤੁਲਸੀ ਦੀ ਮਾਲਾ ਗਲ 'ਚ ਪਾਉਣ ਵਾਲੀ ਜਿਹੜੀ ਹੁੰਦੀ ਹੈ ਰੁਦਾਕਸ਼ ਤੁਲਸੀ, ਇਹ ਕੋਈ ਮਾਲਾ ਸੀਗੀ। ਗੋਪੀ ਕਾਨ ਨਾ ਗਊ ਗਵਾਲਾ। ਨਾ ਕੋਈ ਗੋਪੀਆਂ ਸੀਗੀਆਂ, ਨਾ ਕੋਈ ਕ੍ਰਿਸ਼ਨ ਸੀਗੇ, ਨਾ ਕੋਈ ਗਊਆਂ ਸੀਗੀਆਂ, ਨਾ ਕੋਈ ਗਵਾਲੇ ਸੀ। ਤੰਤ ਮੰਤ ਪਾਖੰਡ ਨਾ ਕੋਈ। ਨਾ ਕੋ ਵੰਸ ਵਜਾਇਂਦਾ। ਨਾ ਕੋਈ ਤੰਤਰ, ਨਾ ਕੋਈ ਮੰਤਰ, ਨਾ ਕੋਈ ਪਖੰਡ ਕਰਮਕਾਂਡ, ਕੁਛ ਵੀ ਨਹੀਂ ਸੀਗਾ। ਨਾ ਹੀ ਕੋਈ ਬੰਸਰੀ ਵਜਾਉਣ ਵਾਲਾ ਸੀਗਾ। ਕਰਮ ਧਰਮ ਨਹੀਂ ਮਾਇਆ ਮਾਖੀ। ਕੋਈ ਧਰਮ ਦੇ ਨਾਮ ਦੇ ਉੱਤੇ ਕਰਮ ਸੀਗਾ ਹੀ ਨਹੀਂ ਪਾਏ।
ਔਰ ਆ ਜਿਹੜੀ ਮਾਇਆ ਹੈਗੀ ਇਹ ਮੱਖੀ ਨਹੀਂ ਹੈ। ਮਾਇਆ ਮਾਖੀ ਦਾ ਮਤਲਬ ਹੈਗਾ, ਮਾਖਿਓ ਸ਼ਾਇਦ ਨੂੰ ਕਹਿੰਦੇ ਆ, ਕਹਿੰਦੇ ਮਿੱਠੀ ਹੈ ਆ ਜਿਹੜੀ ਮਾਇਆ, ਇਹ ਸਵਾਦ ਚੋਗਾ ਜੋ ਖਿਲਾ ਰਿਹਾ ਮਾਲਕ ਪਰਮਾਤਮਾ ਨੇ, ਇਹ ਵੀ ਨਹੀਂ ਸੀਗਾ, ਇਹ ਵੀ ਨਹੀਂ ਸੀਗੀ। ਜਾਤ ਜਨਮ ਨਹੀਂ ਦਿਸੇ ਆਖੀ, ਕੋਈ ਜਾਤ ਨਹੀਂ ਸੀ, ਕੋਈ ਜਨਮ ਨਹੀਂ ਲੈ ਰਿਹਾ ਸੀਗਾ। ਕੁਛ ਵੀ ਜਿਹੜਾ ਹੈਗਾ ਇਹ ਇੰਦਰੀਆਂ ਤੋਂ, ਅੱਖਾਂ ਤੋਂ ਕੁਛ ਦਿਸਦਾ ਨਹੀਂ, ਕੁਛ ਸੀਗਾ ਹੀ ਨਹੀਂ। ਮਮਤਾ ਜਾਲ ਕਾਲ ਨਹੀਂ ਮਾਥਾ, ਨਾ ਕੋ ਕਿਸੇ ਧਿਆਨ ਦਾ, ਨਾ ਕੋਈ ਮਮਤਾ ਦਾ ਜਾਲ ਸੀਗਾ ਜਿਹੜਾ ਹੈਗਾ, ਮੋਹ ਅਟੈਚਮੈਂਟ ਪਦਾਰਥ, ਨਾ ਇਹਨਾਂ ਦੇ ਸਿਰ ਤੇ ਕਾਲ ਸੀਗਾ ਜਿਹੜਾ ਸਾਰਿਆਂ ਨੂੰ ਜਿਹੜਾ ਹੈਗਾ ਮਾਰ ਦਿੰਦਾ ਹੈ ਸਮੇਂ ਬਾਅਦ। ਨਾ ਕੁਛ ਸੀਗਾ ਹੀ ਨਹੀਂ, ਕਿਸੇ ਦੇ ਮੱਥੇ ਤੇ ਕੋਈ ਲੇਖ ਨਹੀਂ ਸੀਗਾ, ਨਾ ਕੋਈ ਕਿਸੇ ਨੂੰ ਧਿਆਉਂਦਾ ਸੀਗਾ। ਅਸੀਂ 1035 ਅੰਗ ਤੇ ਹੈਗੇ ਆ ਜੀ। ਨਿੰਦ ਬਿੰਦ ਨਹੀਂ ਜਿਉ ਨਾ ਜਿੰਦੋ, ਨਾ ਕੋਈ ਨਿੰਦਾ, ਨਾ ਕੋਈ ਬਿੰਦ ਦਾ ਮਤਲਬ ਉਸਤਤ, ਨਾ ਕੋਈ ਜਿਉ, ਕੋਈ ਸਰੀਰ ਹੀ ਨਹੀਂ ਹੈਗਾ। ਜਿਉ ਕਿਹਦੇ ਵਿੱਚ ਆਊਗਾ? ਸਰੀਰ ਦੇ ਵਿੱਚ। ਨਾ ਕੋਈ ਜਿੰਦ ਜਾਨ ਵੀ ਨਹੀਂ, ਕੋਈ ਕੁਛ ਵੀ ਨਹੀਂ ਹੈ, ਕੋਈ ਜਿਉ ਪੈਦਾ ਨਹੀਂ ਕੀਤਾ ਮਾਲਕ ਨੇ ਉਸ ਟਾਈਮ। ਨਾ ਤਦ ਗੋਰਖ ਨਾ ਮਛਿੰਦੋ, ਨਾ ਗੋਰਖਨਾਥ ਸੀਗਾ ਤੇ ਨਾ ਮਛਿੰਦਰਨਾਥ ਸੀਗੇ ਨਾਥ, ਨਾ ਉਹਨਾਂ ਦੇ ਚੇਲੇ। ਨਾ ਤਦ ਗਿਆਨ ਧਿਆਨ ਕੁਲ ਉਪਤ, ਨਾ ਕੋ ਗਣਤ ਗਣਾਇਂਦਾ, ਨਾ ਕੋਈ ਗਿਆਨ ਸੀਗਾ, ਨਾ ਕੋਈ ਧਿਆਨ ਸੀਗਾ ਤੇ ਨਾ ਕੋਈ ਉਤਪਤੀ ਸੀਗੀ, ਨਾ ਹੀ ਕੋਈ ਆਪਣੇ ਆਪ ਨੂੰ ਜਿਹੜਾ ਹੈਗਾ ਗਣਾਉਂਦਾ ਸੀਗਾ। ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ, ਨਾ ਕੋਈ ਆ ਜਿਹੜੇ ਹੈਗੇ ਆ ਬ੍ਰਾਹਮਣ, ਵੈਸ਼, ਸ਼ੂਦਰ ਅਤੇ ਖੱਤਰੀ, ਇਹ 4 ਵਰਨ, ਕੋਈ ਵਰਨ ਨਹੀਂ, ਕੋਈ ਭੇਖ ਨਹੀਂ ਸੀਗਾ ਭਾਈ। ਦਿਓ ਨਾ ਦੇਹਰਾ ਗਊ ਗਾਇਤਰੀ, ਨਾ ਦਿਓ ਸੀਗਾ ਦੇਵਤਾ ਤੇ ਨਾ ਉਹਨਾਂ ਦਾ ਦਿਉਰਾ ਸੀਗਾ ਮੰਦਰ, ਨਾ ਕੋਈ ਪੂਜਾ ਸਥਲ ਸੀਗੇ, ਨਾ ਕੋਈ ਗਊ ਸੀਗੀ, ਨਾ ਕੋਈ ਗਾਇਤਰੀ ਸੀ, ਗਾਇਤਰੀ ਮੰਤਰ ਕੁਛ ਨਹੀਂ ਸੀਗਾ। ਹੋਮ ਜਗ ਨਹੀਂ ਤੀਰਥ ਨਹਾਵਣ, ਨਾ ਕੋ ਪੂਜਾ ਲਾਇਂਦਾ, ਨਾ ਕੋਈ ਹੋਮ, ਨਾ ਕੋਈ ਜਗ, ਨਾ ਕੋਈ ਤੀਰਥ ਨਹਾਉਣਾ, ਨਾ ਕੋਈ ਪੂਜਾ, ਕੁਛ ਵੀ ਨਹੀਂ ਸੀਗੀ। ਨਾ ਕੋ ਮੁੱਲਾ, ਨਾ ਕੋ ਕਾਜੀ, ਨਾ ਕੋਈ ਮੁਸਲਮਾਨ ਸੀਗਾ, ਨਾ ਕੋਈ ਕਾਜੀ ਸੀਗਾ, ਨਾ ਕੋਈ ਮੌਲਾਨਾ ਸੀਗਾ, ਨਾ ਕੋਈ ਕਾਜੀ ਸੀਗਾ, ਨਾ ਕੋਈ ਸ਼ੇਖ ਮਸਾਇਕ ਹਾਜੀ, ਨਾ ਕੋਈ ਸ਼ੇਖ ਸੀਗਾ। ਬਹੁਤ ਸਾਰੇ, ਕੋਈ ਵੀ ਸ਼ੇਖ ਨਹੀਂ ਸੀਗੇ। ਮਸਾਇਕ, ਸ਼ੇਖ ਮਸਾਇਕ ਇੱਕੋ ਵਰਡ ਆ, ਬਹੁਤ ਸਾਰੇ। ਨਾ ਕੋਈ ਹੱਜ ਸੀਗਾ ਤੇ ਨਾ ਕੋਈ ਹਾਜੀ ਸੀਗਾ। ਰਈਅਤ ਰਾਓ ਨਾ ਹਉਮੈ ਦੁਨੀਆ, ਨਾ ਕੋ ਕਹਿਣ ਕਹਾਇਂਦਾ, ਨਾ ਕੋਈ ਪ੍ਰਜਾ ਸੀਗੀ ਤੇ ਨਾ ਕੋਈ ਉਹਦਾ ਰਾਜਾ ਸੀਗਾ, ਨਾ ਹਉਮੈ ਸੀਗੀ, ਦੁਨੀਆ ਹੀ ਨਹੀਂ ਸੀਗੀ ਪਾਈ, ਕੋਈ ਕਹਿਣ ਵਾਲਾ ਕਹਾਉਣ ਵਾਲਾ ਨਹੀਂ ਸੀਗਾ। ਭਾਵ ਨਾ ਭਗਤੀ, ਨਾ ਸ਼ਿਵ ਸ਼ਕਤੀ, ਨਾ ਭਾਵ ਸੀਗਾ ਭਾਵਨਾ ਤੇ ਨਾ ਭਗਤੀ ਸੀਗੀ, ਨਾ ਸ਼ਿਵ ਸੀਗਾ ਤੇ ਨਾ ਸ਼ਕਤੀ ਸੀਗੀ। ਸ਼ਿਵ ਮਤਲਬ ਜੀਓ ਤੇ ਸ਼ਕਤੀ ਮਤਲਬ ਮਾਇਆ। ਸਾਜਨ ਮੀਤ ਬਿੰਦ ਨਹੀਂ ਰੱਖਤੀ, ਨਾ ਕੋਈ ਸੱਜਣ, ਨਾ ਕੋਈ ਮਿੱਤਰ, ਨਾ ਕੋਈ ਪੁਰਸ਼ ਬਿੰਦ ਤੇ ਨਾ ਕੋਈ ਇਸਤਰੀ ਰਖਤ। ਕੋਈ ਉਤਪत्ति ਨਹੀਂ ਹੈ, ਕੋਈ ਕਾਮ ਨਹੀਂ ਹੈਗਾ। ਆਪੇ ਸ਼ਾਹ ਆਪੇ ਵਣਜਾਰਾ, ਸਾਚੇ ਇਹੋ ਪਾਇੰਦਾ। ਆਪੇ ਹੀ ਮਾਲਕ ਹੀ ਸ਼ਾਹੂਕਾਰ ਸੀਗਾ ਤੇ ਉਹ ਆਪ ਹੀ ਪਤਾ ਨਹੀਂ ਕੀ ਕਰਦਾ ਸੀ ਭਾਈ, ਕਿਹੜਾ ਵਣਜ ਕਰਦਾ ਸੀਗਾ। ਸਾਚੇ ਇਹੋ ਪਾਇੰਦਾ, ਕਹਿੰਦੇ ਉਹ ਮਾਲਕ ਪਰਮਾਤਮਾ ਨੂੰ, ਸੱਚੇ ਨੂੰ ਐਸੇ ਤਰੀਕੇ ਦੇ ਨਾਲ ਇਕੱਲਾ ਰਹਿਣਾ ਹੀ ਪਸੰਦ ਸੀਗਾ, ਆਹੀ ਪਾਉਂਦਾ ਸੀਗਾ। 13ਵਾਂ ਬੰਦ। ਵੇਦ ਕਤੇਬ ਨਾ ਸਿਮਰਤ ਸ਼ਾਸਤ, ਨਾ ਕੋਈ ਗਿਆਨ ਸੀਗਾ ਵੇਦ, ਨਾ ਕੋਈ ਮੁਸਲਮਾਨੀ ਗਿਆਨ, ਨਾ ਹਿੰਦੂ ਗਿਆਨ, ਨਾ ਕੋਈ ਸਿਮਰਤੀ, ਨਾ ਕੋਈ ਸ਼ਾਸਤਰ, ਕੁਛ ਵੀ ਨਹੀਂ ਸੀਗਾ। ਕੋਈ ਇਨਸਾਨ ਨਹੀਂ ਸੀ, ਕੋਈ ਜਾਨਵਰ ਨਹੀਂ ਸੀਗਾ, ਕੋਈ ਹਵਾ ਪਾਣੀ ਅੱਗ ਕੁਛ ਵੀ ਨਹੀਂ ਸੀਗੇ। ਪਾਠ ਪੁਰਾਣ ਉਦੈ ਨਹੀਂ ਆਸਤ, ਨਾ ਕੋਈ ਪਾਠ ਸੀ, ਪੁਰਾਣ ਸੀਗੇ, ਨਾ ਕੋਈ ਸੂਰਜ ਚੜ੍ਹਦਾ ਸੀਗਾ, ਨਾ ਛੁਪਦਾ ਸੀਗਾ। ਕਹਿਤਾ ਬਖਤਾ ਆਪ ਅਗੋਚਰ, ਆਪੇ ਅਲਖ ਲਖਾਇਂਦਾ,
ਕਹਿਣ ਵਾਲਾ, ਸੁਣਨ ਵਾਲਾ, ਬੋਲਣ ਵਾਲਾ, ਆਪ ਹੀ ਉਹ ਅਗੋਚਰ, ਇੰਦਰੀਆਂ ਦੀ ਪਕੜ ਤੋਂ ਪਰੇ, ਅਲੱਖ ਨਹੀਂ ਲਖਣ ਵਾਲਾ, ਨਹੀਂ ਦਿਸਣ ਵਾਲਾ ਮਾਲਕ ਪਰਮਾਤਮਾ ਆਪੇ ਅਲੱਖ ਲਖਾਇੰਦਾ, ਉਹੀ ਆਪਣੇ ਆਪ ਨੂੰ ਲਖਾਉਂਦਾ ਸੀਗਾ ਭਾਈ। ਕੱਲਾ ਹੀ ਉਹ ਮਾਲਕ ਪਰਮਾਤਮਾ ਸੀਗਾ। 13 ਬੰਦ ਹੋ ਗਏ, ਦੇਖ ਲਓ। 13 ਬੰਦ ਦੇ ਵਿੱਚ ਸਿਰਫ ਮਹਾਰਾਜ ਜੀ ਦੱਸ ਰਹੇ ਭਾਈ ਆਹ ਚੀਜ਼ਾਂ, ਦੁਨੀਆ ਜਿਹੜੀ ਉਹ ਮਾਲਕ ਨੇ ਬਣਾਈ ਆ, ਆਹ ਸਾਰੀਆਂ ਚੀਜ਼ਾਂ ਨਹੀਂ ਸੀਗੀਆਂ, ਉਦੋਂ ਵੀ ਮਾਲਕ ਸੀਗਾ। ਇਹ ਧਰਤੀ, ਪਤਾਲ, ਆਕਾਸ਼, ਜੀਵ ਜਿਹੜੇ ਹੈਗੇ ਸਾਰੇ ਦੇ ਸਾਰੇ, ਇਹ ਕੁਛ ਵੀ ਨਹੀਂ ਸੀਗਾ। ਜਾਂ ਤਿਸ ਭਾਣਾ ਤਾਂ ਜਗ ਤੋਂ ਪਾਇਆ, ਉਹਦੀ ਮਾਲਕ ਦੀ ਮਰਜ਼ੀ ਹੋ ਗਈ ਤੇ ਉਹਨੇ ਸੰਸਾਰ ਪੈਦਾ ਕਰ ਦਿੱਤਾ। ਬਾਜ ਕਲਾ ਆਢਾਣ ਰਹਾਇਆ, ਦੇਖੋ ਕਹਿੰਦੇ ਆ ਇਸ ਤਰ੍ਹਾਂ, ਦੇਖੋ ਬਗੈਰ ਕਲਾ ਦੇ ਬਾਜ ਕਲਾ, ਕੋਈ ਉਹਨਾਂ ਦੇ ਥੱਲੇ ਆਹ ਧਰਤੀ, ਪਲੈਨਟਸ ਸਾਰੇ ਘੁੰਮ ਰਹੇ ਆ, ਇਹਨਾਂ ਦੇ ਵਿੱਚ ਇਹਨਾਂ ਦਾ ਸਪੋਰਟ ਕੀ ਹੈਗਾ? ਬਾਜ ਕਲਾ ਆਢਾਣ ਰਹਾਇਆ। ਇਸ ਤਰੀਕੇ ਦੇ ਨਾਲ ਦੇਖ ਲਓ ਕਿਵੇਂ ਸੰਸਾਰ, ਕਿਵੇਂ ਪਲੈਨਟਸ ਜਿਹੜੇ ਹੈਗੇ ਆਪਣੇ ਆਪ ਹੀ ਜਿਹੜੇ ਹੈਗੇ ਚੱਲ ਰਹੇ ਆ, ਪਰ ਆਪਣੇ ਆਪ ਹੀ ਟਿਕੇ ਹੋਏ। ਕਿਆ ਸ਼ਕਤੀ ਹੈ ਮਾਲਕ ਪਰਮਾਤਮਾ ਦੀ। ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਏ, ਮਾਇਆ ਮੋਹ ਵਧਾਇਂਦਾ। ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਸ਼ਕਤੀਆਂ ਪੈਦਾ ਕਰਤੀਆਂ ਮਾਲਕ ਪਰਮਾਤਮਾ ਨੇ, ਆਪ ਪੈਦਾ ਕੀਤੀਆਂ। ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਏ, ਮਾਇਆ ਮੋਹ ਵਧਾਇਂਦਾ। ਮਾਇਆ ਪੈਦਾ ਕਰਤੀ, ਮਾਇਆ ਦਾ ਮੋਹ ਵੀ ਵਧਾ ਦਿੱਤਾ ਮਾਲਕ ਨੇ। ਵਿਰਲੇ ਕੋ ਗੁਰੇ ਸ਼ਬਦ ਸੁਣਾਇਆ, ਆ ਗਿਆਨ ਵੀ ਆ ਗਿਆ ਭਾਈ। ਆ ਗਿਆਨ, ਵਿਰਲੇ ਕੋ ਗੁਰੇ ਸ਼ਬਦ ਸੁਣਾਇਆ, ਕਰ ਕਰ ਦੇਖੇ ਹੁਕਮ ਸਭਾਇਆ। ਉਹ ਮਾਲਕ ਪਰਮਾਤਮਾ ਆ ਆਪਣੀ ਖੇਡ ਜਿਹੜੀ ਹੈਗੀ ਇਸ ਨੂੰ ਕਰਕੇ ਔਰ ਇਸ ਨੂੰ ਕੰਟਰੋਲ ਕਰ ਰਿਹਾ ਔਰ ਇਹਨੂੰ ਦੇਖ ਰਿਹਾ ਹੈ। ਖੰਡ ਬ੍ਰਹਮੰਡ ਪਤਾਲ ਆਰੰਭੇ, ਗੁਪਤੋ ਪ੍ਰਗਟੀ ਆਇंदा। और मालक परमात्मा ने सारे टुकड़े और सारा ब्रह्मांड, सोलार सिस्टम पूरा दा पूरा, पताल सारे दे सारे पैदा कर दिते। गुप्त तो प्रगट आइंदा, अपने आप नूं प्रगट कर दिता, गुप्त तो प्रगट हो गया। तांका अंत न जाने कोई, पूरे गुर ते सोजी होई। ਕਹਿੰਦੇ ਉਸ ਮਾਲਕ ਪਰਮਾਤਮਾ ਦਾ ਅੰਤ ਕੋਈ ਨਹੀਂ ਜਾਣ ਸਕਦਾ ਭਾਈ। ਪੂਰੇ ਗੁਰੂ ਤੋਂ ਸੋਝੀ ਹੁੰਦੀ ਆ, ਪੂਰੇ ਗੁਰੂ ਤੋਂ ਸੋਝੀ ਹੋ ਸਕਦੀ ਹੈ। ਆ ਦੇਖੋ ਮਾਲਕ ਨੇ ਦੁਨੀਆ ਬਣਾਈ ਤੇ ਪੂਰੇ ਗੁਰੂ ਬਣਾਏ, ਗਿਆਨ ਦਿੱਤਾ ਮਾਲਕ ਪਰਮਾਤਮਾ ਨੇ, ਉਸੇ ਕੋਲੋਂ ਸਾਰਾ ਗਿਆਨ ਆਇਆ ਹੈ। ਜਦ ਸ੍ਰਿਸ਼ਟੀ ਬਣਾਈ ਮਾਲਕ ਨੇ ਨਿਕਲਣ ਦਾ ਰਸਤਾ ਵੀ ਰੱਖਿਆ। ਤਾਂ ਕਾ ਅੰਤ ਨਾ ਜਾਣੇ ਕੋਈ, ਪੂਰੇ ਗੁਰ ਤੇ ਸੋਝੀ ਹੋਈ। ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਪਏ ਗੁਣ ਗਾਇਂਦਾ। ਔਰ ਸੱਚ ਦੇ ਵਿੱਚ ਜਿਹੜੇ ਰੱਤੇ ਗਏ ਬਿਸਮਾਦ ਦੇ ਵਿੱਚ, ਉਹ ਬਿਸਮ ਹੋ ਗਏ, ਉਹ ਤਾਂ ਖੁਸ਼ਹਾਲ ਹੋ ਗਿਆ ਜੀਵਨ ਉਹਨਾਂ ਦਾ, ਉਹ ਭਗਤੀ ਕਰਕੇ ਜਿਨ੍ਹਾਂ ਨੂੰ ਜਿਹੜਾ ਹੈਗਾ ਪੂਰੇ ਗੁਰ ਤੇ ਸੋਝੀ ਹੋਈ, ਪੂਰੇ ਗੁਰੂ ਤੋਂ ਜਿਨ੍ਹਾਂ ਨੂੰ ਸੋਝੀ ਹੋ ਗਈ। ਔਰ ਸੇਮ ਦਾ ਸੇਮ ਜਿਹੜਾ ਹੈਗਾ ਹੁਣ ਵੀ ਜਿਹੜਾ ਹੈਗਾ ਉਹੀ ਦਾ ਉਹੀ ਸੇਮ ਜਿਹੜਾ ਹੈਗਾ, ਉਹੀ ਮਾਲਕ ਦੇ ਨਿਯਮ ਹੈਗੇ, ਉਹੀ ਸਿਸਟਮ ਹੈਗਾ। ਹੁਣ ਵੀ ਜਿਹੜਾ ਹੈਗਾ ਪੂਰੇ ਗੁਰੂ ਤੋਂ ਸੋਝੀ ਲੈ ਸਕਦੇ ਹਾਂ ਆਪਾਂ। ਔਰ ਇਹ ਸੱਚ ਦੇ ਵਿੱਚ, ਵਿਸਮਾਦ ਦੇ ਵਿੱਚ ਜਿਹੜੇ ਹੈਗੇ ਉਹਦੀ ਭਗਤੀ ਕਰਕੇ, ਗੁਣ ਗਾ ਕੇ ਮਾਲਕ ਦੀ ਵਿਸਮਾਦ 'ਚ ਜਾ ਸਕਦੇ, ਗੇਮ 'ਚੋਂ ਬਾਹਰ ਆ ਸਕਦੇ। ਤਾਂ ਕਾ ਅੰਤ ਨਾ ਜਾਣੇ ਕੋਈ, ਪੂਰੇ ਗੁਰ ਤੇ ਸੋਝੀ ਹੋਈ। ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਪਾਏ ਗੁਣ ਗਾਇਂਦਾ। ਇੱਕ ਜਗ੍ਹਾ ਨਾ ਇੱਕ ਉਹਨਾਂ ਦਾ ਜਿਹੜਾ ਹੈਗਾ ਪਰਮਾਨੰਦ ਜੀ, ਜਿਹੜੇ ਰਾਮਾਨੰਦ ਜੀ ਦੇ ਸਮਕਾਲੀ ਸੀਗੇ, ਉਹਨਾਂ ਦਾ ਗੁਰੂ ਇੱਕੋ ਹੀ ਸੀਗੇ। ਉਹਨਾਂ ਦਾ ਇੱਕ ਸ਼ਬਦ ਆਉਂਦਾ ਹੈ, ਤੈਂ ਨਰ ਕਿਆ ਪੁਰਾਣ ਸੁਣ ਕੀਨਾ। ਹੁਣ ਇੱਥੇ ਕਹਿੰਦੇ ਆ, ਤਾਂ ਕਾ ਅੰਤ ਨਾ ਜਾਣੇ ਕੋਈ, ਪੂਰੇ ਗੁਰ ਤੇ ਸੋਝੀ ਹੋਈ।
ਪੂਰੇ ਗੁਰੂ ਤੋਂ ਸੋਝੀ ਮਿਲਣੀ ਆ। ਹੁਣ ਆਪਾਂ ਇੱਕ ਇਹਦੇ ਵਿੱਚ ਅੱਗੇ ਫਿਰ ਵਾਪਸ ਅਗਲਾ ਲਵਾਂਗੇ। ਇੱਥੇ ਇੱਕ ਉਹਨਾਂ ਦਾ ਸ਼ਬਦ ਲਵਾਂਗੇ, ਛੋਟਾ ਜਿਹਾ ਸ਼ਬਦ ਹੈਗਾ, ਤੈਂ ਨਰ ਕਿਆ ਪੁਰਾਣ ਸੁਣ ਕੀਨਾ। 1253 ਅੰਗ ਦੇ ਉੱਤੇ ਹੈਗਾ ਭਗਤਾਂ ਦੀ ਬਾਣੀ ਦੇ ਵਿੱਚ, ਸਾਰੰਗ ਰਾਗ ਦੇ ਵਿੱਚ। ਇਹ ਕੱਢ ਲੈਣਾ ਜੀ, 1253 1253। ਸਾਰੰਗ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੈਂ ਨਰ ਕਿਆ ਪੁਰਾਣ ਸੁਣ ਕੀਨਾ। ਤੱਤਾ ਨੰਨਾ ਕੱਕਾ ਤੇ ਪੱਪਾ 4 ਅੱਖਰਾਂ ਦੇ ਨਾਲ ਆ ਜਾਏਗਾ। ਇਹਦੇ ਵਿੱਚ ਪਰਮਾਨੰਦ ਜੀ ਜਿਹੜੇ ਹੈਗੇ, ਭਗਤ ਪਰਮਾਨੰਦ ਜੀ ਪੁੱਛ ਰਹੇ ਆ, ਭਾਈ ਹੈ ਇਨਸਾਨ, ਤੈਂ ਨਰ ਕਿਆ ਪੁਰਾਣ ਸੁਣ ਕੀਨਾ। ਜੋ ਪਰਮਾਨੰਦ ਜੀ ਕੁਐਸਚਨ ਕਰ ਰਹੇ ਆ ਤੇ ਆਪਾਂ ਉਹਦਾ ਜਵਾਬ ਦਈਏ। ਤੈਂ ਨਰ ਕਿਆ ਪੁਰਾਣ ਸੁਣ ਕੀਨਾ, ਵੀ ਇਹ ਗਿਆਨ ਸੁਣ ਕੇ ਤੂੰ ਕੀ ਕੀਤਾ ਹੈਗਾ। ਆਪਾਂ ਵੀ ਜਿਹੜੇ ਹੈਗੇ ਗਿਆਨ ਲੈ ਰਹੇ ਹਾਂ, ਆਪਾਂ ਆਪਣੇ ਤੋਂ ਕੁਐਸਚਨ ਕਰੀਏ, ਆਹ ਕੁਐਸਚਨ ਦਾ ਜਵਾਬ ਦਈਏ ਬਈ ਤੈਂ ਨਰ ਕਿਆ ਪੁਰਾਣ ਸੁਣ ਕੀਨਾ, ਕੀ ਕੀਤਾ ਹੈ ਗਿਆਨ ਨੂੰ ਲੈ ਕੇ, ਕੀ ਕੀਤਾ ਗਿਆਨ ਸੁਣ ਕੇ, ਕਥਾ ਸੁਣ ਕੇ, ਵਿਚਾਰ ਸੁਣ ਕੇ, ਗੁਰਬਾਣੀ ਸੁਣ ਕੇ ਕੀ ਕੀਤਾ। ਤੈਂ ਨਰ ਕਿਆ ਪੁਰਾਣ ਸੁਣ ਕੀਨਾ, ਕੀ ਕਰਨਾ ਸੀ ਮਹਾਰਾਜ। ਅੰਨ ਭਾਵਨੀ ਭਗਤ ਨਹੀਂ ਉਪਜੀ, ਭੂਖੇ ਦਾਨ ਨਾ ਦੀਨਾ ਰਹਾ। ਅੰਨ ਭਾਵਨੀ ਦਾ ਮਤਲਬ ਇੱਕੋ ਹੀ ਵਰਡ ਆ, ਅੰਨ ਉਪਾਵ, ਜਿਹਦੇ ਉੱਤੇ ਹੋਰ ਕੋਈ ਉਪਾਵ ਦੀ ਲੋੜ ਨਹੀਂ, ਕੋਈ ਉਪਾਵ ਦੀ ਲੋੜ ਨਹੀਂ ਆ, ਹੋਰ ਕੋਈ ਵੀ ਉਸ ਤੋਂ ਉੱਪਰ ਕੋਈ ਨਹੀਂ ਹੈਗੀ। ਉਹ ਭਗਤ ਨਹੀਂ ਉਪਜੀ, ਤੇਰੇ ਅੰਦਰ ਉਹ ਭਗਤੀ ਪੈਦਾ ਨਹੀਂ ਹੋਈ, ਤੇਰੇ ਅੰਦਰ ਪ੍ਰੇਮਾ ਭਗਤੀ, ਮਾਲਕ ਪਰਮਾਤਮਾ ਦੀ ਭਗਤੀ ਪੈਦਾ ਨਹੀਂ ਹੋਈ। ਤੂੰ ਗਿਆਨ ਸੁਣ ਕੇ ਕੀ ਕੀਤਾ। ਤੈਂ ਨਰ ਕਿਆ ਪੁਰਾਣ ਸੁਣੇ ਕੀਨਾ, ਦੱਸ ਤਾਂ ਸਹੀ ਤੂੰ ਕੀਤਾ ਕੀ ਹੈ ਗਿਆਨ ਦੇ ਨਾਲ, ਕੀ ਕਰਦਾ ਹੈ ਗਿਆਨ ਸੁਣ ਕੇ। ਤੈਂ ਨਰ ਕਿਆ ਪੁਰਾਣ ਸੁਣੇ ਕੀਨਾ, ਅੰਨ ਭਾਵਨੀ ਭਗਤ ਨਹੀਂ ਉਪਜੀ, ਭੂਖੇ ਦਾਨ ਨਾ ਦੀਨਾ। ਤੂੰ ਤਾਂ ਕਿਤੇ ਗਰੀਬ ਦੀ ਵੀ ਮਦਦ ਨਹੀਂ ਕੀਤੀ ਪਿਆਰਿਆ। ਤੇਰੇ ਅੰਦਰ ਤਾਂ ਦਇਆ ਪੈਦਾ ਹੀ ਨਹੀਂ ਹੋਈ, ਔਰ ਤੇਰੇ ਅੰਦਰ ਭਗਤੀ ਜਿਹੜੀ ਹੈਗੀ ਪੈਦਾ ਹੀ ਨਹੀਂ ਹੋਈ। ਤੇ ਤੂੰ ਜਿਹੜਾ ਹੈਗਾ ਇੰਨਾ ਜਿਹੜਾ ਹੈਗਾ ਗਿਆਨ ਸੁਣ ਕੇ ਕੀਤਾ ਕੀ ਹੈਗਾ ਭਾਈ। ਰਹਾਓ ਤੈਂ ਨਰ ਕਿਆ ਪੁਰਾਣ ਸੁਣ ਕੀਨਾ। ਇੱਥੇ ਪੁਰਾਣ ਨੰਨੇ ਨੂੰ ਔਂਕੜ ਲੱਗੀ ਹੈ, ਪੁਰਾਣ ਦੀ ਗੱਲ ਨਹੀਂ ਹੋ ਰਹੀ, ਇਹ ਤਾਂ ਗਿਆਨ ਦੀ ਗੱਲ ਹੋ ਰਹੀ, ਹਰੇਕ ਧਰਮ ਦੀ ਗੱਲ ਹੋ ਰਹੀ ਹੈ ਭਾਈ। ਨਰ ਦੀ, ਨਰ ਨੂੰ, ਇਨਸਾਨ ਨੂੰ ਪੁੱਛ ਰਿਹਾ ਬਈ ਤੂੰ ਕੀ ਕੀਤਾ, ਦੱਸ ਇਹ ਗਿਆਨ ਦਾ ਕੀ ਕੀਤਾ ਤੂੰ। ਤੈਂ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਭਾਵਨੀ ਭਗਤ ਨਹੀਂ ਉਪਜੀ। ਕਹਿੰਦੇ ਉਹ ਭਗਤੀ ਜਿਹਦੇ ਅੱਗੇ ਹੋਰ ਕੋਈ ਉਪਾਵ ਨਹੀਂ, ਹੋਰ ਕੁਛ ਕਰਨ ਦੀ ਲੋੜ ਨਹੀਂ ਹੈ ਭਾਈ, ਉਹ ਪੈਦਾ ਹੀ ਨਹੀਂ ਹੋਈ ਤੇਰੇ ਅੰਦਰ, ਤੂੰ ਸ਼ੁਰੂ ਹੀ ਨਹੀਂ ਕੀਤਾ। ਭੁੱਖੇ ਦਾਨ ਨਾ ਦੀਨਾ, ਤੂੰ ਤਾਂ ਭੁੱਖੇ ਨੂੰ, ਕਿਸੇ ਨੂੰ, ਗਰੀਬ ਨੂੰ, ਕਿਸੇ ਦੀ ਮਦਦ ਹੀ ਨਹੀਂ ਕੀਤੀ। ਦਾਨ ਦਾ ਮਤਲਬ ਹੈ ਮਦਦ, ਭੁੱਖੇ ਦਾ ਮਤਲਬ ਹੈ ਗਰੀਬ, ਨੀਡਫੁਲ, ਨੀਡੀ। ਰਹਾਓ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਇਹਦਾ ਮਤਲਬ ਵੀ ਭਗਤੀ ਦੇ ਨਾਲ, ਪੁਰਾਣ ਸੁਣਨ ਦੇ ਨਾਲ ਆਹ ਕਾਮ ਵੀ ਜਿਹੜਾ ਹੈਗਾ ਭੁੱਲਣਾ ਚਾਹੀਦਾ, ਆਪਾਂ ਨੂੰ ਕੱਟਣਾ ਚਾਹੀਦਾ, ਕ੍ਰੋਧ ਵੀ ਕੱਟਣਾ ਚਾਹੀਦਾ, ਬਿਸਰਨਾ ਚਾਹੀਦਾ ਹੈ, ਲੋਭ ਜੀ ਛੁੱਟ ਜਾਣਾ ਚਾਹੀਦਾ ਹੈ। ਇਹਨਾਂ ਦੇ ਵਿੱਚੋਂ ਤੇਰਾ ਕੋਈ ਛੁੱਟਿਆ, ਤੇਰਾ ਕੋਈ ਘਟਿਆ? ਕਹਿੰਦੇ ਆ ਤਾਂ ਉਹ ਘਟੇ ਨਹੀਂ। ਕਾਮ ਨਾ ਬਿਸਰਿਓ, ਨਾ ਕਾਮ ਬਿਸਰਿਆ, ਨਾ ਕ੍ਰੋਧ ਬਿਸਰਿਆ, ਨਾ ਲੋਭ ਛੁੱਟਿਆ। ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨਿਫਲ ਪਈ ਸਭ ਸੇਵਾ। ਤੇ ਪਰਾਈ ਨਿੰਦਾ ਜਿਹੜੀ ਹੈਗੀ ਤੈਨੂੰ ਹਾਲੇ ਵੀ ਕਰੀ ਜਾ ਰਿਹਾ ਹੈ, ਛੁੱਟਦੀ ਨਹੀਂ। ਤੈਨੂੰ ਹਰੇਕ ਜਿਹੜਾ ਹੈਗਾ ਉਹਦੇ ਵਿੱਚ ਕੋਈ ਨਾ ਕੋਈ ਔਗੁਣ ਨਜ਼ਰ ਆ ਜਾਂਦੇ ਆ। ਤੂੰ ਤਾਂ ਕਹਿੰਦਾ ਮੈਂ ਇਕੱਲਾ ਹੀ ਦੁਨੀਆ ਦੇ ਵਿੱਚ ਜੀਣਾ ਹੈ, ਮੇਰੇ ਹਿਸਾਬ ਦੇ ਨਾਲ ਸਾਰੀ ਦੁਨੀਆ ਚੱਲੇ, ਮੈਂ ਹੀ ਹੈਗਾ ਦੁਨੀਆ ਦਾ ਬਾਦਸ਼ਾਹ। ਸਾਰੇ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਔਗੁਣੇ ਆ ਰਹੇ ਹੈਗੇ, ਕੋਈ ਵੀ ਚੰਗਾ ਨਹੀਂ ਲੱਗਦਾ ਮੈਨੂੰ,
ਮੇਰੇ ਹਿਸਾਬ ਦੇ ਨਾਲ ਕੋਈ ਨਹੀਂ ਚੱਲਦਾ। ਭਾਈ ਤੇਰੇ ਹਿਸਾਬ ਤੂੰ ਕੋਈ ਬਾਦਸ਼ਾਹ ਹੈਗਾ ਹੈ? ਤੇਰੇ ਹਿਸਾਬ ਦੇ ਨਾਲ ਕਿਉਂ ਚੱਲਣਗੇ ਲੋਕੀ? ਜਿਵੇਂ ਤੂੰ ਦੁਨੀਆ ਤੇ ਹਵਾ ਪਾਣੀ ਸਾਰੇ ਤੈਨੂੰ ਚੰਗੇ ਲੱਗਦੇ, ਤੇਰੇ ਵਾਸਤੇ ਹੈ, ਦੂਜਿਆਂ ਦੇ ਵਾਸਤੇ ਵੀ ਉਸ ਤਰ੍ਹਾਂ ਹੀ ਮਾਲਕ ਨੇ ਦਿੱਤੇ ਹੋਏ। ਹਰੇਕ ਨੂੰ ਆਪਣੇ ਜੀਵਨ ਦਾ ਅਧਿਕਾਰ ਹੈ, ਆਪਣੇ ਹਿਸਾਬ ਦੇ ਨਾਲ ਜੀ ਸਕਦਾ ਹੈ। We should not comment on others. ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਪਈ ਸਭ ਸੇਵਾ। ਤੇਰਾ ਆ ਜਿਹੜਾ ਜੋ ਕੁਛ ਪੁਰਾਣ ਸੁਣ ਰਿਹਾ ਆ, ਜੋ ਕੁਛ ਕਥਾ ਵਾਰਤਾ ਜੋ ਵੀ ਪਾਠ ਕਰ ਰਿਹਾ ਆ ਪਿਆਰਿਆ, ਆ ਚੀਜ਼ ਨਹੀਂ ਪੈਦਾ ਹੋਈ, ਭਗਤੀ ਤੇਰੀ ਜਿਹੜੀ ਹੈਗੀ ਪੈਦਾ ਨਹੀਂ ਹੋਈ, ਤੇ ਤੇਰੇ ਅੰਦਰ ਦਇਆ ਨਹੀਂ ਆਈ, ਤੇਰੇ ਅੰਦਰ ਕਾਮ ਨਹੀਂ ਘਟਿਆ, ਕ੍ਰੋਧ ਨਹੀਂ ਘਟਿਆ, ਲੋਭ ਨਹੀਂ ਛੁੱਟਿਆ, ਤੇ ਤੇਰੇ ਅੰਦਰ ਨਿੰਦਾ ਕਰਨ ਦੀ ਵਾਦੀ ਨਹੀਂ ਗਈ, ਤੇ ਭਾਈ ਤੇਰੀ ਇਹ ਸੇਵਾ ਤਾਂ ਨਿਫਲ ਹੋ ਗਈ। ਨਿਫਲ ਭਾਈ ਸਭ ਸੇਵਾ। ਬਾਟ ਪਾਰ ਕਰ ਮੂਸ ਬਿਰਾਨੋ, ਪੇਟ ਭਰੇ ਅਪਰਾਧੀ। ਤੂੰ ਤਾਂ ਜਿਹੜਾ ਹੈਗਾ ਬਾਟ ਦੇ ਉੱਤੇ, ਸਫ਼ਰ ਦੇ ਉੱਤੇ ਹੈਗਾ, ਔਰ ਦੂਸਰੇ ਮੁਸਾਫਿਰਾਂ ਨੂੰ ਜਿਹੜਾ ਪਾੜਾ ਲਾ ਦਿੰਦਾ ਹੈ, ਉਹਨਾਂ ਦਾ ਘਰ ਲੁੱਟ ਲੈਣਾ ਹੈ, ਤੂੰ ਆਪਣਾ ਘਰ ਭਰਦਾ ਹੈ, ਆਪਣਾ ਪੇਟ ਭਰਦਾ ਹੈ ਦੂਜਿਆਂ ਨੂੰ ਠੱਗ ਕੇ। ਬਾਟ ਪਾਰ ਕਰ ਮੂਸ ਬਿਰਾਨੋ, ਪੇਟ ਭਰੇ ਅਪਰਾਧੀ। ਅਪਰਾਧੀ ਹੈ ਤੂੰ ਤਾਂ। ਜਿਹ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਦੀ। ਇਹਦੇ ਨਾਲ ਤਾਂ ਤੇਰੀ ਜਿਹੜੀ ਹੈਗੀ ਆ ਅੱਗੇ ਜਿਹੜਾ ਧਰਮਰਾਜ ਦੇ ਕੋਲ ਤੇਰੀ ਜਿਹੜੀ ਅਪਕੀਰਤ ਹੋਣੀ ਆ, ਉੱਥੇ ਤਾਂ ਤੇਰੀ ਜਿਹੜੀ ਹੈਗੀ ਆ ਤੈਨੂੰ ਦੁਤਕਾਰਿਆ ਜਾਣਾ ਹੈ। ਜਿਹ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਦੀ। ਉਹੀ ਜਿਹੜਾ ਹੈਗਾ ਕੰਮ ਕਰੀ ਜਾ ਰਿਹਾ ਤੂੰ। ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਦੇਖੋ ਕਿੰਨੇ ਕਹਿੰਦੇ ਜੀ, ਕਹਿੰਦੇ ਝਟਕਾ ਕਰੋ ਜੀ। ਉਹ ਕੀ ਉਹ ਦੂਜਾ ਉਹ ਕੌਣ ਆ ਜਿਹੜਾ ਹੈਗਾ ਹਲਾਲ, ਆ ਬਾਣੀ ਕੀ ਕਹਿ ਰਹੀ ਹੈ? ਦੇਖੋ ਆ ਜਿਹੜੇ ਹੈਗੇ ਆ ਪਰਮਾਨੰਦ ਜੀ, ਆ ਜਿਹੜੀ ਹੈਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜਵੀਂ ਪਾਤਸ਼ਾਹੀ ਨੇ ਸ਼ਬਦ ਰੱਖਿਆ ਪਰਮਾਨੰਦ ਜੀ ਦੇ ਸਾਰੰਗ ਰਾਗ ਦੇ ਵਿੱਚ 1253 ਅੰਗ ਦੇ ਉੱਤੇ, ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਕਹਿੰਦੇ ਮਨ ਤੋਂ ਹਿੰਸਾ ਗਈ ਨਹੀਂ ਤੇਰੀ, ਜੀਆਂ ਦੇ ਉੱਤੇ ਦਇਆ ਤੇਰੇ ਅੰਦਰ ਆਈ ਨਹੀਂ। ਤਾਂ ਤੂੰ ਜਿਹੜਾ ਹੈਗਾ ਦਇਆ ਵਾਲਾ ਗੁਣ ਤਾਂ ਤੂੰ ਪਾਲਿਆ ਹੀ ਨਹੀਂ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਔਰ ਸਾਧ ਸੰਗਤ ਦੇ ਨਾਲ ਮਿਲ ਕੇ ਤੇਰੇ ਅੰਦਰ ਜਿਹੜੀ ਹੈਗੀ ਪਵਿੱਤਰ ਹੋਣ ਵਾਲੀ ਆ ਕਥਾ, ਜਿਹੜੀ ਅਕਥ ਕਥਾ ਤੇਰੇ ਅੰਦਰ ਸ਼ੁਰੂ ਹੀ ਨਹੀਂ ਹੋਈ। ਆ ਪ੍ਰੇਮਾ ਭਗਤੀ ਜਿਹੜੀ ਹੈਗੀ ਤੇਰੇ ਅੰਦਰ ਵਿਚਾਰ ਬੰਦ ਕਰਨ ਵਾਲਾ, ਸੁਣ ਦੇ ਵਿੱਚ ਸਮਾਧੀ ਲਗਾਉਣ ਵਾਲਾ, ਆ ਚੀਜ਼ ਪੈਦਾ ਹੀ ਨਹੀਂ ਹੋਇਆ। ਮਨ ਦੇ ਉੱਤੇ ਕੰਟਰੋਲ, ਮਨ ਖਿੜਿਆ ਹੈ ਉਸ ਤਰ੍ਹਾਂ ਹੀ। ਨਾ ਕਾਮ ਵਿਸਰਿਆ, ਨਾ ਕ੍ਰੋਧ ਵਿਸਰਿਆ, ਨਾ ਲੋਭ ਛੁੱਟਿਆ, ਕੁਛ ਵੀ ਫਾਇਦਾ ਨਹੀਂ ਹੋਇਆ ਤੈਨੂੰ। ਤੈਂ ਨਰ ਕਿਆ ਪੁਰਾਣ ਸੁਣ ਕੀ ਨਾ। ਆਖਿਰ ਚ ਕਹਿ ਰਿਹਾ ਪਰਮਾਨੰਦ ਨਾਦ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਕਹਿੰਦੇ ਆਹ ਤਾਂ ਹੋਇਆ ਹੀ ਨਹੀਂ ਤੇਰੇ ਅੰਦਰ, ਆ ਚੇਂਜ ਤਾਂ ਆਇਆ ਹੀ ਨਹੀਂ ਤੇਰੇ ਅੰਦਰ। ਕਿ ਕਥਾ ਦੇ ਵਿੱਚ ਕੋਈ ਗੜਬੜ ਹੈ ਜਾਂ ਤੇਰੇ ਅੰਦਰ ਕੋਈ ਗੜਬੜ ਹੈ, ਜਾਂ ਤੂੰ ਲਈ ਨਹੀਂ ਹੈ, ਜਾਂ ਤੂੰ ਕੋਈ ਜਿਹੜਾ ਹੈਗਾ ਇਹਨੂੰ ਸੁਣ ਕੇ ਅਣਸੁਣਾ ਕਰ ਦਿੱਤਾ। ਹਾਂਜੀ ਦੇਖ ਲਓ ਕਿੰਨਾ ਜ਼ਬਰਦਸਤ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਨੂੰ ਹਲੂਣਾ ਹੈਗਾ, ਇੱਕਦਮ ਹਿਲਾ ਕੇ ਰੱਖ ਦਿੱਤਾ ਇਹਨਾਂ ਨੇ, ਪਰਮਾਨੰਦ ਜੀ ਨੇ। ਵਾਪਸ ਆਪਾਂ ਆਈਏ ਉੱਥੇ। ਭਾਜੀ ਕਬੀਰ ਸਾਹਿਬ ਦੇ ਗੁਰੂ ਸੀਗੇ ਪਰਮਾਨੰਦ ਜੀ? ਰਾਮਾਨੰਦ ਜੀ ਸੀਗੇ, ਤੇ ਰਾਮਾਨੰਦ ਜੀ ਦੇ ਇਹਨਾਂ ਦਾ ਤੇ ਰਾਮਾਨੰਦ ਜੀ ਦਾ ਦੋਨਾਂ ਦਾ ਗੁਰੂ ਇੱਕੋ ਹੀ ਸੀਗਾ। ਬ੍ਰਾਹਮਣ, ਇਹ ਵੀ ਬ੍ਰਾਹਮਣ ਸੀਗੇ, ਰਾਮਾਨੰਦ ਜੀ ਵੀ ਬ੍ਰਾਹਮਣ ਸੀਗੇ। ਪਰਮਾਨੰਦ ਬਰਾਗੀ ਹੋਏ ਨੇ ਜੀ ਇਹ? ਹਾਂਜੀ ਹਾਂਜੀ।
ਮਾਰੂ ਮਹੱਲਾ ਪਹਿਲਾ। ਇਹ ਰਾਮਾਨੰਦ ਜੀ ਦੇ ਸਮਕਾਲੀ ਸੀਗੇ, ਗੁਰ ਭਾਈ ਸੀਗੇ। ਰਾਮਾਨੰਦ ਜੀ ਜਿਹੜੇ ਕਬੀਰ ਸਾਹਿਬ ਨੇ ਜਿਹੜਾ ਹੈਗਾ ਉਹਨਾਂ ਦੇ ਕੋਲੋਂ, ਜਿਹੜੇ ਕਬੀਰ ਸਾਹਿਬ ਜਿਹੜੇ ਉਹ ਲੇਟ ਗਏ ਸੀਗੇ ਅੰਮ੍ਰਿਤ ਵੇਲੇ, ਜਾ ਕੇ ਉੱਥੇ ਠੋਕਰ ਲੱਗੀ ਪਈ, ਰਾਮ ਕੇ ਉੱਠ ਰਾਮ ਕੇ ਰਾਮ ਬੋਲ। ਉਹਨਾਂ ਨੇ ਬਸ ਮਿਲ ਗਿਆ ਅੱਖਰ। ਮਾਰੂ ਮਹੱਲਾ ਪਹਿਲਾ ਅਸੀਂ 1036 ਅੰਕ ਤੇ ਆ ਗਏ। ਆਪੇ ਆਪ ਉਪਾਏ ਨਿਰਾਲਾ, ਸਾਚਾ ਥਾਨ ਕੀਓ ਦਿਆਲਾ। ਹੁਣ ਕਹਿੰਦੇ ਦੇਖ, ਉਹ ਮਾਲਕ ਪਰਮਾਤਮਾ ਨੇ ਪਹਿਲਾਂ ਇਸ ਤੋਂ ਪਹਿਲੇ ਸ਼ਬਦ ਦੇ ਵਿੱਚ ਅਰਬਦ ਨਰਬਦ ਧੁੰਦੂਕਾਰਾ, ਉਹਦੇ ਵਿੱਚ ਪੂਰਾ ਦੱਸਿਆ ਮਹਾਰਾਜ ਨੇ ਵੀ ਸਾਰਾ ਕੁਛ ਵੀ ਨਹੀਂ ਸੀਗਾ, ਮਾਲਕ ਸੀਗਾ। ਫਿਰ ਮਾਲਕ ਨੇ ਦੁਨੀਆ ਬਣਾ ਦਿੱਤੀ, ਸਾਰਾ ਬਣਾ ਦਿੱਤਾ। ਇਸ ਤੋਂ ਬਾਅਦ ਬ੍ਰਹਮ ਗਿਆਨ, ਸਾਰਾ ਨਿਕਲਣ ਦਾ ਰਸਤਾ। ਤੇ ਹੁਣ ਦੱਸ ਰਹੇ ਭਾਈ, ਆ ਜਿਹੜਾ ਤੈਨੂੰ ਸਰੀਰ ਮਿਲਿਆ ਆ ਇਹਦੇ ਬਾਰੇ। ਮਾਰੂ ਮਹੱਲਾ ਪਹਿਲਾ। ਆਪੇ ਆਪ ਉਪਾਏ ਨਿਰਾਲਾ, ਮਾਲਕ ਨੇ ਆਪਣੇ ਆਪ ਚੋਂ ਆ ਸੋਹਣਾ ਸਰੀਰ ਜਿਹੜਾ ਹੈਗਾ ਪ੍ਰਗਟ ਕਰ ਦਿੱਤਾ, ਪੈਦਾ ਕਰ ਦਿੱਤਾ। ਸਾਚਾ ਥਾਨ ਕੀਓ ਦਿਆਲਾ, ਉਸ ਮਾਲਕ ਨੇ ਇਹ ਸਰੀਰ ਜਿਹੜਾ ਹੈਗਾ ਪੰਜਾਂ ਤੱਤਾਂ ਦੀ ਰਚਨਾ, ਇਹ ਜਿਹੜਾ ਹੈਗਾ ਸੱਚਾ ਥਾਨ ਮਾਲਕ ਪਰਮਾਤਮਾ ਨੇ ਪੈਦਾ ਕਰ ਦਿੱਤਾ ਭਾਈ, ਬਣਾ ਦਿੱਤਾ ਆਪਣੇ ਰਹਿਣ ਵਾਸਤੇ, ਆਪਣੇ ਵਾਸਤੇ ਮਾਲਕ ਹੈਗਾ ਇਹਦੇ ਵਿੱਚ। ਪੌਣ ਪਾਣੀ ਅਗਨੀ ਕਾ ਬੰਧਨ, ਕਾਇਆ ਕੋਟ ਰਚਾਇਂਦਾ। ਆ ਕਿਲਾ ਰਚਾਤਾ ਮਾਲਕ ਨੇ, ਕਾਇਆ ਸਰੀਰ ਰੂਪੀ ਕਿਲਾ। ਇਹਦੇ ਹਵਾ ਪਾਣੀ ਅੱਗ ਧਰਤੀ ਆਕਾਸ਼, ਇਹ ਜਿਹੜੇ ਤੱਤ ਜਿਹੜੇ ਬਣ ਕੇ ਜਿਹੜਾ ਇਹਨਾਂ ਦੇ ਨਾਲ ਬਣਾ ਦਿੱਤਾ ਕਿਲਾ, ਨਿਰਾਲਾ ਥਾਨ ਬਣਾ ਦਿੱਤਾ ਮਾਲਕ ਨੇ। ਨੌ ਕਰ ਥਾਪੇ ਥਾਪਣ ਹਾਰੈ, ਦਸਵੇਂ ਵਾਸਾ ਅਲਖ ਅਪਾਰੈ। ਕਹਿੰਦੇ ਨੌ ਘਰ ਜਿਹੜੇ ਹੈਗੇ, ਇਹਦੇ 9 ਦਰਵਾਜ਼ੇ ਜਿਹੜੇ ਹੈਗੇ ਮਾਲਕ ਨੇ ਬਣਾ ਦਿੱਤੇ। ਨੌ ਕਰ ਥਾਪੇ ਥਾਪਣ ਹਾਰੇ, ਉਸ ਮਾਲਕ ਪਰਮਾਤਮਾ ਨੇ। ਤੇ 10ਵੇਂ ਵਾਸਾ ਅਲਖ ਅਪਾਰੇ, 10ਵੇਂ ਘਰ ਦੇ ਵਿੱਚ, ਦਸਵੇਂ ਘਰ ਦੇ ਵਿੱਚ ਮਾਲਕ ਨੇ ਆਪਣਾ ਵਾਸਾ ਰੱਖਿਆ, ਅਲਖ ਅਪਾਰ ਨੇ। ਸਾਇਰ ਸਪਤ ਭਰੇ ਜਲ ਨਿਰਮਲ, ਗੁਰਮੁਖੇ ਮੈਲ ਨਾ ਲਾਇਂਦਾ। ਸਾਇਰ ਸਪਤ ਭਰੇ ਜਲ ਨਿਰਮਲ, ਗੁਰਮੁਖੇ ਮੈਲ ਨਾ ਲਾਇਂਦਾ। ਜਿਹੜੇ ਗੁਰੂ ਦੇ ਰਾਹੀਂ, ਜਿਹੜੇ ਬ੍ਰਹਮ ਗਿਆਨ ਦੇ ਰਾਹੀਂ, ਜਿਹੜੇ ਪੁਰਾਣ ਸੁਣ ਕੇ ਜਿਨ੍ਹਾਂ ਨੇ ਜਿਹੜਾ ਹੈਗਾ, ਜਿਨ੍ਹਾਂ ਦੇ ਅੰਦਰ ਅਨਭਾਵਨੀ ਭਗਤ ਪੈਦਾ ਹੋ ਗਈ, ਉਹਨਾਂ ਦੇ ਜਿਹੜੇ ਹੈਗੇ ਇਹ 7 ਸਾਇਰ ਸਪਤ 7 ਸਰੋਵਰ, 5 ਗਿਆਨ ਇੰਦਰੇ ਤੇ 1 ਮਨ ਤੇ 1 ਬੁੱਧੀ, ਭਰੇ ਜਲ ਨਿਰਮਲ ਜਲ ਦੇ ਨਾਲ ਭਰ ਗਏ। ਗੁਰੂ ਦੇ ਰਾਹੀਂ ਮੈਲ ਨਹੀਂ ਲੱਗਦੀ ਉਹਨਾਂ ਨੂੰ, ਜਿਨ੍ਹਾਂ ਦੇ ਆ 7 ਸਰੋਵਰ ਨਿਰਮਲ ਜਲ ਦੇ ਨਾਲ ਭਰ ਜਾਂਦੇ ਆ। ਇਹਨਾਂ ਦੇ ਦੁਆਰਾ ਹੀ ਜਿਹੜੇ ਹੈਗੇ ਮੈਲ ਲੱਗਦੀ ਹੈ। ਸਾਇਰ ਸਪਤ ਭਰੇ ਜਲ ਨਿਰਮਲ, ਗੁਰਮੁਖੇ ਮੈਲ ਨਾ ਲਾਇਂਦਾ। ਰਬ ਸਸ ਦੀਪਕ ਜੋਤ ਸਬਾਈ, ਮਾਲਕ ਪਰਮਾਤਮਾ ਨੇ ਇਹ ਸੂਰਜ ਤੇ ਚੰਦਰਮਾ, ਰਬ ਸਸ ਦੀਪਕ ਜੋਤ ਸਬਾਈ, ਸਾਰੀ ਜੋਤ ਆਪੇ ਕਰ ਵੇਖੇ ਵਡਿਆਈ। ਆਪ ਹੀ ਮਾਲਕ ਪਰਮਾਤਮਾ ਨੇ ਇਹ ਜੋਤ ਪੈਦਾ ਕੀਤੀ ਆ, ਆਪ ਹੀ ਜਿਹੜਾ ਹੈਗਾ ਵਡਿਆਈ। ਇਹਨੂੰ ਦੇਖ ਕੇ, ਇਹਨੂੰ ਆਪਣੀ ਰਚਨਾ ਨੂੰ ਦੇਖ ਕੇ ਖੁਸ਼ ਹੁੰਦਾ ਹੈ। ਜੋਤ ਸਰੂਪ ਸਦਾ ਸੁਖ ਦਾਤਾ, ਸੱਚੇ ਸੋਭਾ ਪਾਇੰਦਾ। ਉਹ ਮਾਲਕ ਪਰਮਾਤਮਾ ਪ੍ਰਕਾਸ਼ ਰੂਪਿਆ ਔਰ ਹਮੇਸ਼ਾ ਹੀ ਸੁੱਖਾਂ ਦਾ ਦਾਤਾ ਹੈਗਾ। ਔਰ ਜਿਹੜੇ ਵੀ ਸੱਚ ਦੇ ਨਾਲ ਜੁੜਦੇ ਆ ਉਹਨਾਂ ਨੂੰ ਸੋਭਾ ਦੇ ਦਿੰਦਾ ਹੈ ਮਾਲਕ ਪਰਮਾਤਮਾ, ਸੱਚੇ ਸੋਭਾ ਪਾਇੰਦਾ। ਔਰ ਇਹ ਸਰੀਰ ਦੇ ਅੰਦਰ ਹੀ ਜਿਹੜਾ ਹੈ ਰੱਬ ਤੇ ਸੱਸ, ਇਹ ਜਿਹੜਾ ਹੈਗਾ ਗਿਆਨ ਤੇ ਠੰਡਕ ਸ਼ਾਂਤੀ, ਇਹ ਦੀਪਕ ਹੈਗੇ ਭਾਈ। ਗੜ ਮੇ ਹਾਟ ਪੱਟਣ ਵਾਪਾਰਾ, ਪੂਰੇ ਤੋਲ ਤੋਲੇ ਵਣਜਾਰਾ। ਇਸ ਸਰੀਰ ਦੇ ਅੰਦਰ ਹੀ ਜਿਹੜਾ ਹੈਗਾ ਸਾਰਾ ਬਿਜ਼ਨਸ ਕਰਨਾ ਹੈ। ਹੱਟੀਆਂ ਹੈਗੀਆਂ, ਸ਼ਹਿਰ ਹੈਗੇ ਭਾਈ ਵਪਾਰ ਕਰਨ ਦੇ।
ਇਹ ਗਿਆਨ ਇੰਦਰੀਆਂ ਦੇ ਥਰੂ ਜਿਹੜਾ ਹੈਗਾ, ਕਰਮ ਇੰਦਰੀਆਂ ਦੇ ਥਰੂ ਜਿਹੜਾ ਹੈਗਾ ਆਪਾਂ ਵਪਾਰ ਕਰਦੇ ਹਾਂ। ਪੂਰੇ ਤੋਲੇ ਵਣਜਾਰਾ, ਉਹ ਮਾਲਕ ਪਰਮਾਤਮਾ ਇਸ ਵਪਾਰ ਨੂੰ ਪੂਰੀ ਤਰ੍ਹਾਂ ਤੋਲਦਾ ਹੈ। ਆਪੇ ਰਤਨ ਵਿਸਾਹੇ ਲੈਵਾ, ਆਪੇ ਕੀਮਤ ਪਾਇੰਦਾ। ਆਪ ਹੀ ਜਿਹੜਾ ਹੈਗਾ ਕੀਮਤੀ ਰਤਨ ਜਿਹੜਾ ਹੈ ਮਾਲਕ ਪਰਮਾਤਮਾ ਦਿੰਦਾ ਹੈ, ਵਸਾਉਂਦਾ ਹੈ। ਆਪੇ ਰਤਨ ਵਿਸਾਹੇ ਲੈਵਾ, ਆਪ ਹੀ ਹੈਗਾ ਆਪਣੇ ਵਿੱਚ, ਸਾਰਿਆਂ ਦੇ ਵਿੱਚ। ਆਪੇ ਕੀਮਤ ਪਾਇੰਦਾ, ਆਪ ਹੀ ਜਿਹੜਾ ਹੈਗਾ ਇਹਦੀ ਕੀਮਤ ਪਾਉਂਦਾ ਹੈ ਭਾਈ। ਹਰੇਕ ਦੇ ਬਿਜ਼ਨਸ ਨੂੰ ਦੇਖਦਾ ਹੈ ਔਰ ਕੀਮਤ ਪਾਉਂਦਾ ਹੈ ਮਾਲਕ ਪਰਮਾਤਮਾ। ਕੀਮਤ ਪਾਈ ਪਾਵਨ ਹਾਰੇ, ਉਹ ਮਾਲਕ ਪਰਮਾਤਮਾ ਨੇ ਕੀਮਤ ਪਾਈ। ਜਿਸ ਕਿਸੇ ਨੂੰ ਵੀ ਜਿਹੜਾ ਹੈਗਾ ਗਿਆਨ ਦੇ ਦਿੱਤਾ, ਜਿਹੜਾ ਵੀ ਲੱਗ ਗਿਆ, ਇਹ ਗਿਆਨ ਦੇ ਅਨੁਸਾਰ ਚੱਲ ਪਿਆ, ਵੇ ਪ੍ਰਵਾਹ ਪੂਰੇ ਭੰਡਾਰ ਹੈ। ਉਹਦੇ ਭੰਡਾਰੇ ਮਾਲਕ ਪਰਮਾਤਮਾ ਨੇ ਉਹ ਭੰਡਾਰੇ ਤੋਂ ਦਾਤ ਮਿਲ ਜਾਂਦੀ ਹੈ ਉਹਨੂੰ। ਉਹ ਬੇਪਰਵਾਹ ਭੰਡਾਰੀ ਦੇ ਮਾਲਕ ਪਰਮਾਤਮਾ ਦੇ ਖਜ਼ਾਨੇ ਚੋਂ, ਭੰਡਾਰੇ ਤੋਂ। ਸਰਬ ਕਲਾ ਲਈ ਆਪੇ ਰਹਿਆ, ਗੁਰਮੁਖੀ ਕਿਸੇ ਬੁਝਾਇਂਦਾ। ਸਾਰੀਆਂ ਕਲਾ ਮਾਲਕ ਪਰਮਾਤਮਾ ਹੈਗਾ ਕੰਟਰੋਲਰ ਪਾਈ ਸਾਰੀ ਸ਼ਕਤੀ ਦਾ। ਗੁਰੂ ਦੇ ਰਾਹੀਂ ਕਿਸੇ ਟਾਵੇਂ ਨੂੰ ਜਿਹੜਾ ਹੈਗਾ ਇਹ ਬੁਝਾਈ ਦੇ ਦਿੰਦਾ ਹੈ, ਜਿਹੜਾ ਲੈਂਦਾ ਹੈ ਗੁਰੂ ਦੇ ਰਾਹੀਂ ਪਾਈ। ਔਰ ਜਿਹਨੂੰ ਜਿਹੜਾ ਹੈਗਾ ਪੂਰਾ ਗੁਰੂ ਮਿਲ ਜਾਂਦਾ ਹੈ, ਪੂਰੇ ਗੁਰੂ ਦਾ ਗਿਆਨ ਮਿਲ ਗਿਆ, ਜਿਸਨੇ ਵੀ ਪੂਰੇ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਆਪਣੇ ਆਪ ਨੂੰ ਚੇਂਜ ਕਰ ਲਿਆ, ਪੂਰੇ ਗੁਰੂ ਦੇ ਗਿਆਨ ਨੂੰ ਜਿਹੜਾ ਹੈਗਾ ਆਪਣੇ ਉੱਤੇ ਘਟਾ ਲਿਆ। ਨਜ਼ਰ ਕਰੇ ਪੂਰਾ ਗੁਰ ਭੇਟ ਹੈ, ਹੁਣ ਮਿਹਰ ਹੋ ਗਈ ਭਾਈ, ਪੂਰਾ ਗੁਰੂ ਭੇਟ ਗਿਆ। ਤੇ ਜਮ ਜੰਦਾਰ ਨਾ ਮਾਰੇ ਫੇਟੈ, ਫਿਰ ਉਹ ਜਿਹੜਾ ਹੈਗਾ ਜਮ ਜਿਹੜੇ ਹੈਗੇ, ਇਹ ਜਿਹੜਾ ਹੈਗਾ ਕਾਲ ਜਿਹੜਾ ਚੋਟ ਨਹੀਂ ਮਾਰਦਾ, ਜੂਨਾਂ 'ਚ ਨਹੀਂ ਭੇਜਦਾ। ਜਿਉਂ ਜਲ ਅੰਤਰ ਕਮਲ ਵਿਗਾਸੀ, ਆਪੇ ਬਿਕਸ ਧਿਆਨ ਦਾ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਜਿਵੇਂ ਜਲ ਦੇ ਵਿੱਚ ਕਮਲ ਜਿਹੜਾ ਹੈਗਾ ਅਲਿਪਤ ਰਹਿੰਦਾ ਹੈ ਔਰ ਖਿੜਿਆ ਰਹਿੰਦਾ ਹੈ, ਐਸੇ ਤਰੀਕੇ ਦੇ ਨਾਲ ਉਹ ਜਿਹੜਾ ਹੈਗਾ ਜਿਹਦੇ ਉੱਤੇ ਪੂਰੇ ਗੁਰੂ ਦੀ ਮਿਹਰ ਹੋ ਜਾਂਦੀ ਆ, ਉਹ ਵਿਕਸਦਾ ਹੈ, ਖੁਸ਼ਹਾਲ ਜੀਵਨ ਵਾਲਾ ਹੋ ਜਾਂਦਾ ਹੈ ਔਰ ਮਾਲਕ ਪਰਮਾਤਮਾ ਦੇ ਧਿਆਨ ਦੇ ਵਿੱਚ ਧਿਆ ਕੇ ਮਾਲਕ ਨੂੰ ਖੁਸ਼ਹਾਲ ਹੋ ਜਾਂਦਾ ਹੈ। ਆਪੇ ਵਰਖ ਹੈ ਅੰਮ੍ਰਿਤ ਧਾਰਾ, ਔਰ ਅੰਮ੍ਰਿਤ ਦੀ ਧਾਰਾ ਵਰਾਉਣ ਵਾਲਾ ਵੀ ਉਹ ਮਾਲਕ ਪਰਮਾਤਮਾ ਹੀ ਹੈਗਾ। ਰਤਨ ਜਵੇਹਰ ਲਾਲ ਅਪਾਰਾ, ਔਰ ਕੀਮਤੀ ਗੁਣ ਜਿਹੜੇ ਹੈਗੇ ਗੁਰੂ ਕੋਲੋਂ, ਇਹ ਸਤ ਸੰਤੋਖ ਦਇਆ ਧਰਮ ਧੀਰਜ ਆਹ ਗੁਣ ਦੇਣ ਵਾਲਾ ਉਹ ਮਾਲਕ ਪਰਮਾਤਮਾ ਹੀ ਹੈਗਾ। ਸਤਿਗੁਰ ਮਿਲੇ ਤਾਂ ਪੂਰਾ ਪਾਈਏ, ਪ੍ਰੇਮ ਪਦਾਰਥ ਪਾਇੰਦਾ। ਜਿਸ ਨੂੰ ਵੀ ਜਿਹੜਾ ਹੈਗੇ ਬ੍ਰਹਮ ਗਿਆਨੀ ਪੂਰੇ ਗੁਰੂ ਮਿਲ ਜਾਂਦੇ ਆ ਤੇ ਉਹ ਮਾਲਕ ਪਰਮਾਤਮਾ ਮਿਲ ਪੈਂਦਾ ਹੈ ਭਾਈ। ਉਹਨੂੰ ਆਹ ਪ੍ਰੇਮ ਪਦਾਰਥ ਨਾਮ ਮਿਲ ਪੈਂਦਾ ਹੈ, ਨਾਮ ਮਿਲ ਜਾਂਦਾ ਹੈ, ਪ੍ਰਗਟ ਹੋ ਜਾਂਦਾ ਨਾਮ। ਇੰਨਾ ਕੀਮਤੀ ਜਿਹੜਾ ਹੈਗਾ ਰਤਨ ਪ੍ਰੇਮ ਪਦਾਰਥ ਲਹੇ ਅਮੋਲਕ, ਉਹਦਾ ਮੁੱਲ ਹੀ ਨਹੀਂ ਦੇ ਸਕਦੇ ਭਾਈ। ਪ੍ਰੇਮ ਪਦਾਰਥ ਲਹੇ ਅਮੋਲੋ, ਪ੍ਰੇਮ ਦੇ ਨਾਲ ਉਹ ਪਦਾਰਥ ਲੱਭ ਜਾਂਦਾ ਹੈ। ਕਭੀ ਨਾ ਘਾਟਸ ਪੂਰਾ ਤੋਲੋ, ਔਰ ਕਦੀ ਵੀ ਨਹੀਂ ਘਟਦਾ ਭਾਈ ਆ ਤੋਲ, ਜਿਹਨੇ ਪ੍ਰੇਮਾ ਭਗਤੀ ਕਰਕੇ ਆ ਪ੍ਰੇਮ ਪਦਾਰਥ ਲੈ ਲਿਆ ਅਮੋਲਕ। ਕੌਣ ਲੈਂਦਾ? ਸੱਚੇ ਕਾ ਵਪਾਰੀ ਹੋਵੇ, ਸੱਚੋ ਸੌਦਾ ਪਾਇੰਦਾ। ਜਿਹੜਾ ਵੀ ਸੱਚ ਦਾ ਵਪਾਰੀ ਹੈਗਾ ਭਾਈ, ਉਹ ਆ ਸੱਚਾ ਸੌਦਾ ਪ੍ਰਾਪਤ ਕਰ ਲੈਂਦਾ ਹੈ। ਮਿਲਣਾ ਹੈ ਗੁਰੂ ਕੋਲੋਂ, ਮਿਲਣਾ ਹੈ ਉਹਨੂੰ ਜਿਹੜਾ ਸੱਚ ਦਾ ਗਾਹਕ ਹੈਗਾ। ਔਰ ਇਹਨੂੰ ਲੈਣ ਵਾਲਾ ਜਿਹੜਾ ਹੈਗਾ ਕੋਈ ਢਾਵਾਂ ਹੁੰਦਾ ਹੈ। ਸੱਚਾ ਸੌਦਾ ਵਿਰਲਾ ਕੋ ਪਾਏ, ਕੋਈ ਢਾਵਾਂ ਜਿਹੜਾ ਹੈਗਾ ਵਿਰਲਾ ਇਹ ਸੌਦਾ ਪ੍ਰਾਪਤ ਕਰਦਾ ਹੈ। ਪੂਰਾ ਸਤਿਗੁਰ ਮਿਲੇ ਮਿਲਾਏ, ਔਰ ਪੂਰੇ ਸਤਿਗੁਰੂ ਤੋਂ ਇਹ ਪ੍ਰਾਪਤ ਕਰਦਾ ਹੈ। ਜਿਹਨੂੰ ਪੂਰਾ ਸਤਿਗੁਰੂ ਮਿਲ ਗਿਆ ਉਹਨੂੰ ਉਹ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਗੁਰਮੁਖੇ ਹੋਏ ਸੋ ਹੁਕਮ ਪਛਾਣੇ, ਮਾਨੇ ਹੁਕਮ ਸਮਾਇਂਦਾ। ਕਿਸ ਤਰ੍ਹਾਂ ਪਰਮਾਤਮਾ ਦੇ ਵਿੱਚ ਸਮਾਉਂਦੇ ਆ? ਕਹਿੰਦੇ ਗੁਰੂ ਦੇ ਰਾਹੀਂ ਜਿਹੜਾ ਹੈਗਾ, ਜਿਹੜਾ ਗੁਰਮੁਖ ਹੋਏ
ਜਿਹੜਾ ਗੁਰੂ ਦੀ ਗੱਲ ਮੰਨਦਾ ਹੈ, ਜਿਹੜਾ ਹੁਕਮ ਨੂੰ ਪਛਾਣ ਲੈਂਦਾ ਹੈ, ਜੋ ਗੁਰੂ ਕਹਿ ਰਹੇ ਦੱਸ ਰਹੇ ਹੁਕਮ ਪਾਏ ਔਰ ਮੰਨਦਾ ਹੈ ਹੁਕਮ ਨੂੰ, ਹੁਕਮ ਪਛਾਣੈ ਮਾਨੈ ਹੁਕਮ ਸਮਾਇਂਦਾ। ਮੰਨਣਾ ਹੁਕਮ ਨੂੰ ਤਾਂ ਸਮਾਉਂਦਾ ਹੈ, ਜਿਹੜਾ ਪ੍ਰੈਕਟੀਕਲ ਕਰਦਾ ਹੈ ਉਹ ਸਮਾ ਜਾਂਦਾ ਹੈ। ਹੁਕਮੇ ਆਇਆ ਹੁਕਮੇ ਸਮਾਇਆ ਹੁਕਮੇ ਦੀਸੈ ਜਗ ਤੋਂ ਪਾਇਆ। ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਆਉਂਦਾ ਹੈ ਇਨਸਾਨ, ਔਰ ਉਹਦੇ ਹੁਕਮ ਦੇ ਵਿੱਚ ਹੀ ਉਹਦੇ ਵਿੱਚ ਸਮਾ ਸਕਦਾ ਹੈ। ਔਰ ਸਾਰਾ ਦਾ ਸਾਰਾ ਜਿਹੜਾ ਹੈਗਾ ਸੰਸਾਰ ਜਿਹੜਾ ਹੈਗਾ ਉਹ ਹੁਕਮੇ ਦੀਸੈ ਜਗਤ ਸਬਾਇਆ, ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਸਾਰੀ ਰਚਨਾ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਹੁਕਮੇ ਸੁਰਗ ਮੱਛ ਪਿਆਲਾ ਹੁਕਮੇ ਕਲਾ ਰਹਾਇੰਦਾ। ਹੁਕਮ ਦੇ ਵਿੱਚ ਹੀ ਸਵਰਗ ਹੈ, ਹੁਕਮ ਦੇ ਵਿੱਚ ਹੀ ਧਰਤੀ ਹੈਗੀ, ਹੁਕਮ ਦੇ ਵਿੱਚ ਹੀ ਪਤਾਲ ਲੋਕ ਹੈ। ਔਰ ਇਹ ਸਾਰੀ ਦੀ ਸਾਰੀ ਖੇਡ ਜਿਹੜੀ ਹੈਗੀ ਆ, ਇਹ ਕਲਾ ਉਹਦੇ ਮਾਲਕ ਦੇ ਹੁਕਮ ਦੇ ਵਿੱਚ ਹੀ ਹੈਗੀ। ਹੁਕਮੇ ਧਰਤੀ ਧੌਲ ਸਿਰ ਭਾਰੰਗ। ਇਹ ਧਰਤੀ ਜਿਹੜੀ ਹੈਗੀ ਉਹ ਧੌਲ ਜਿਹੜਾ ਧੌਲਾ ਬਲਦ ਜਿਹੜਾ ਹੈਗਾ ਉਹਦੇ ਸਿਰ ਤੇ ਨਹੀਂ ਹੈਗੀ ਪਾਈ, ਉਹਦੇ ਮਾਲਕ ਦੇ ਹੁਕਮ ਦੇ ਵਿੱਚ ਧਰਤੀ ਜਿਹੜੀ ਹੈਗੀ ਆ ਉਹ ਮਾਲਕ ਦੇ ਹੁਕਮ ਦੇ ਵਿੱਚ ਆ। ਮਾਲਕ ਜਿਹੜਾ ਹੈਗਾ ਉਹਦੀ ਸ਼ਕਤੀ ਦੇ ਨਾਲ ਜਿਹੜਾ ਹੈਗਾ ਧਰਤੀ ਖੜੀ ਹੈ। ਹੁਕਮੇ ਪੌਣ ਪਾਣੀ ਗਹਿਣਾ ਰੰਗ। ਹੁਕਮ ਦੇ ਨਾਲ ਹੀ ਹਵਾ ਪਾਣੀ ਔਰ ਇਹ ਪਲੈਨਟਸ ਜਿਹੜੇ ਹੈਗੇ ਸਾਰੇ ਆਕਾਸ਼। ਹੁਕਮੇ ਸ਼ਿਵ ਸ਼ਕਤੀ ਘਰੇ ਵਾਸਾ। ਹੁਕਮੇ ਖੇਲ ਖਿਲਾਇਂਦਾ। ਔਰ ਮਾਲਕ ਦੇ ਹੁਕਮ ਦੇ ਵਿੱਚ ਹੀ ਜਿਹੜਾ ਹੈਗਾ ਸ਼ਿਵ ਕਹਿੰਦੇ ਆ ਆਤਮਾ, ਆਪਣੀ ਆਤਮਾ, ਸ਼ਕਤੀ ਘਰੇ ਵਾਸਾ। ਇਹ ਆਤਮਾ ਦਾ ਸਰੀਰ ਦੇ ਵਿੱਚ ਵਾਸਾ ਆ ਗਿਆ, ਸ਼ਕਤੀ ਦੇ ਘਰ ਦੇ ਵਿੱਚ ਵਾਸਾ ਆ ਗਿਆ ਹੁਕਮ ਦੇ ਨਾਲ। ਹੁਕਮੇ ਖੇਲ ਖਿਲਾਇਂਦਾ, ਉਹਦੇ ਹੁਕਮ 'ਚ ਇਹ ਖੇਡ ਹੋ ਰਹੀ ਹੈ। ਹੁਕਮੇ ਆ ਡਾਣੇ ਆਗਾਸੀ। ਹੁਕਮ ਦੇ ਨਾਲ ਹੀ ਆਗਾਸ ਜਿਹੜਾ ਹੈਗਾ ਇਹ ਤਣਿਆ ਹੋਇਆ ਪੂਰਾ ਦਾ ਪੂਰਾ। ਹੁਕਮੇ ਜਲ ਥਲ ਤਿਰ ਭਵਨ ਵਾਸੀ। ਹੁਕਮ ਦੇ ਵਿੱਚ ਹੀ ਜਲ ਥਲ ਔਰ ਧਰਤ ਪਤਾਲ ਆਕਾਸ਼ ਇਹ ਸਾਰੇ ਇਹਦੇ ਵਾਸੀ, ਸਾਰੇ ਜੀਵ ਉਹਦੇ ਹੁਕਮ 'ਚ ਹੀ ਹੈ। ਹੁਕਮੇ ਸਾਸ ਗਿਰਾਸ ਸਦਾ ਫੁਨ। ਹੁਕਮੇ ਦੇਖ ਦਿਖਾਇਂਦਾ। ਉਹ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰਿਆਂ ਨੂੰ ਭੋਜਨ ਮਿਲ ਰਿਹਾ ਆ। ਹਮੇਸ਼ਾ ਸ੍ਰਿਸ਼ਟੀ ਚੱਲ ਰਹੀ ਹੈ। ਹੁਕਮੇ ਸਾਸ ਗਿਰਾਸ ਸਦਾ ਫੁਨ ਹੁਕਮੇ ਦੇਖ ਦਿਖਾਇਂਦਾ। ਔਰ ਉਹ ਮਾਲਕ ਪਰਮਾਤਮਾ ਸਾਰੀ ਗੇਮ ਨੂੰ ਦੇਖ ਰਿਹਾ ਆ ਔਰ ਉਹਦੇ ਹੁਕਮ ਦੇ ਵਿੱਚ ਹੀ ਉਹ ਦਰਸ਼ਨ ਵੀ ਕਰਾ ਦਿੰਦਾ ਆਪਣੇ। ਹੁਕਮੇ ਉਪਾਏ 10 ਅਵਤਾਰਾਂ। 10 ਜਿਹੜੇ ਵਿਸ਼ਨੂੰ ਦੇ ਅਵਤਾਰ ਆ ਕਹਿੰਦੇ ਉਹਦੇ ਹੁਕਮ ਦੇ ਵਿੱਚ ਹੀ ਪੈਦਾ ਕੀਤੇ ਮਾਲਕ ਪਰਮਾਤਮਾ ਨੇ। ਦੇਵ ਦਾਨਵ ਅਗਣਤ ਅਪਾਰਾ। ਇੰਨੇ ਦੇਵਤੇ ਰਾਖਸ਼ ਅਗਣਤ ਜਿਹੜੇ ਹੈਗੇ ਅਪਾਰ ਉਸ ਮਾਲਕ ਪਰਮਾਤਮਾ ਨੇ ਪੈਦਾ ਕੀਤੇ। ਮਾਨੇ ਹੁਕਮ ਸੋ ਦਰਗਹਿ ਪੈਜੈ ਸਾਚ ਮਿਲਾਏ ਸਮਾਇਂਦਾ। ਜਿਹੜਾ ਵੀ ਉਸ ਮਾਲਕ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਆ ਉਹ ਉਹਦੀ ਦਰਗਾਹ ਦੇ ਵਿੱਚ ਸੋਭਾ ਪਾਉਂਦਾ ਹੈ ਪਾਏ। ਹੁਕਮ ਹੈ ਸੱਚ ਦੇ ਨਾਲ, ਸੱਚ ਨੂੰ ਸੱਚ ਦੇ ਨਾਲ ਜੁੜ। ਸਾਚ ਮਿਲਾਏ ਸਮਾਇਂਦਾ। ਸੱਚ ਦੇ ਨਾਲ ਮਿਲਾ ਕੇ ਆਪਣੇ ਵਿੱਚ ਸਮੇਟ ਲੈਂਦਾ, ਸਮਾ ਲੈਂਦਾ ਹੈ ਮਾਲਕ ਪਰਮਾਤਮਾ। ਹੁਕਮੇ ਜੁਗ 36 ਗੁਦਾਰੇ। ਉਸ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ 36 ਯੁੱਗ ਕਹਿੰਦੇ ਆ ਉਸ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਅਰਬਦ ਨਰਬਦ ਧੁੰਦੂ ਕਾਰਾ ਇਸ ਤਰ੍ਹਾਂ ਜਿਹੜੇ ਹੈਗੇ ਕੱਲਾ ਹੀ ਰਿਹਾ ਉਹਦੇ ਹੁਕਮ ਦੇ ਨਾਲ, ਉਹਦੀ ਮਰਜ਼ੀ ਹੈ। ਹੁਕਮੇ ਸਿੱਧ ਸਾਧਿਕ ਵਿਚਾਰੇ। ਉਹਨੇ ਹੁਕਮ ਦੇ ਨਾਲ ਹੀ ਮਾਲਕ ਦੇ ਸਿੱਧ ਲੋਕ ਸਾਧਨਾ ਕਰਨ ਵਾਲੇ ਵਿਚਾਰਵਾਨ ਜਿਹੜੇ ਹੈਗੇ ਬੁੱਧੀਮਾਨ ਪੈਦਾ ਹੋਏ। ਆਪ ਨਾਥ ਨਥੀ ਸਭ ਜਾ ਕੇ ਸਭ ਬਖਸ਼ੇ ਮੁਕਤ ਕਰਾਇਂਦਾ। ਉਹ ਮਾਲਕ ਪਰਮਾਤਮਾ ਨਾਥ ਹੈ ਸਾਰਿਆਂ ਦਾ ਪਾਈ। ਉਸ ਨੇ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆਪਣੇ ਹੁਕਮ ਦੇ ਵਿੱਚ ਨੱਥੀ ਹੋਈ ਹੈ। ਉਹ ਮਾਲਕ ਆ, ਉਹ ਸਾਰੀ ਦੀ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਉਹਦੇ ਕੰਟਰੋਲ ਦੇ ਵਿੱਚ ਹੈਗੀ। ਉਹੀ ਬਖਸ਼ਦਾ ਆ, ਉਹੀ ਮੁਕਤੀ ਕਰਾਉਂਦਾ ਹੈ ਮਾਲਕ ਪਰਮਾਤਮਾ।
ਆਪੇ ਆਪ ਨਾਥ ਨੱਥੀ ਸਭ ਜਾ ਕੀ ਬਖਸ਼ੇ ਮੁਕਤ ਕਰਾਇੰਦਾ। ਕਾਇਆ ਕੋਟ ਗੜ੍ਹੇ ਮੈਂ ਰਾਜਾ। ਕਹਿੰਦੇ ਦੇਖ ਲਾ ਮਿੱਤਰਾ, ਆ ਸਰੀਰ ਦਿੱਤਾ ਹੈ ਤੈਨੂੰ ਔਰ ਤੈਨੂੰ ਰਾਜਾ ਬਣਾਇਆ ਹੈ ਇਸ ਦੇ ਗੜ੍ਹ ਦੇ ਵਿੱਚ। ਜਿਉ ਰਾਜਾ ਹੈਗਾ ਸਰੀਰ ਦੇ ਵਿੱਚ, ਗੜ੍ਹ ਦੇ ਵਿੱਚ। ਕਾਇਆ ਕੋਟ ਗੜ੍ਹੇ ਮੈਂ ਰਾਜਾ, ਨੇਬ ਖਵਾਸ ਭਲਾ ਦਰਵਾਜ਼ਾ। ਇਹਦੇ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਸਾਰੀਆਂ ਤੇਰੀਆਂ ਤੇਰੇ ਸੇਵਾਦਾਰ ਹੈਗੀਆਂ। ਇਹ ਤੇਰੇ ਅਹਿਲਕਾਰ ਹੈਗੇ ਸਾਰੇ। ਤੇ 9 ਦਰਵਾਜ਼ੇ ਜਿਹੜੇ ਪ੍ਰਗਟ ਹੈਗੇ ਮਾਇਆ ਵੱਲ ਨੂੰ, ਸੰਸਾਰ ਵੱਲ ਨੂੰ। ਤੇ ਇੱਕ ਦਰਵਾਜ਼ਾ ਹੈਗਾ ਭਾਈ 10ਵਾਂ ਦੁਆਰ, ਉਹ ਭਲਾ ਹੈਗਾ। ਮਰਜ਼ੀ ਤੇਰੀ ਹੈਗੀ ਆ, ਰਾਜਾ ਤੂੰ ਹੀ ਆ ਗੜ੍ਹ ਦੇ ਵਿੱਚ। ਕਾਇਆ ਕੋਟ ਗੜ੍ਹੇ ਮੈਂ ਰਾਜਾ, ਨੇਬ ਖਵਾਸ ਭਲਾ ਦਰਵਾਜ਼ਾ। ਮਿਥਿਆ ਲੋਭ ਨਾਹੀ ਕਰੇ ਵਾਸਾ, ਲੱਭ ਪਾਪ ਪਛਤਾਇੰਦਾ। ਔਰ ਜੀਵ ਕੀ ਕਰਦਾ ਹੈ? ਬਸ ਆ ਮਿਥਿਆ ਪਦਾਰਥ, ਇਹ ਸਵਾਦ ਚੋਗਾ ਜੋ ਖਿਲ ਰਿਹਾ ਪਿਆ ਹੈ, ਇਹਦੇ ਲੋਭ ਦੇ ਵਿੱਚ ਨਾ ਹੀ ਕਰੇ ਵਾਸਾ, ਘਰ ਦੇ ਵਿੱਚ ਨਹੀਂ ਵਾਸਾ ਹੁੰਦਾ। ਉਹ ਦਰਵਾਜ਼ਾ ਨਹੀਂ, ਭਲਾ ਦਰਵਾਜ਼ੇ ਵੱਲ ਨਹੀਂ ਜਾਂਦਾ। ਇਹ ਨੇਬ ਖਵਾਸ ਜਿਹੜੇ ਸਾਰੇ ਦੇ ਸਾਰੇ ਮਿਥਿਆ ਲੋਭ ਦੇ ਵਿੱਚ ਲੱਗ ਗਏ, ਸਾਰੇ ਦੇ ਸਾਰੇ। ਲੱਭ ਪਾਪ ਪਛਤਾਇੰਦਾ। ਲੱਭ ਕਹਿੰਦੇ ਆ ਪਦਾਰਥ ਭੋਗਣ ਦਾ ਲਾਲਚ, ਚਸਕਾ। ਪਾਪ ਕਰ ਕਰਕੇ ਪਛਤਾਉਂਦਾ ਹੈ, ਫਿਰ ਆ ਚਾਂਸ ਚਲੇ ਜਾਂਦਾ ਹੈ। ਇੱਕ ਵਾਰੀ ਹੋਰ ਲਈਏ ਇਹਨੂੰ। ਕਾਇਆ ਕੋਟ ਗੜ੍ਹੇ ਮੈਂ ਰਾਜਾ, ਨੇਬ ਖਵਾਸ ਭਲਾ ਦਰਵਾਜ਼ਾ। ਮਿਥਿਆ ਲੋਭ ਨਾਹੀ ਕਰੇ ਵਾਸਾ, ਲੱਭ ਪਾਪ ਪਛਤਾਇੰਦਾ। ਸਤ ਸੰਤੋਖ ਨਗਰ ਮੈਂ ਘਾਰੀ। ਆ ਸਰੀਰ ਦੇ ਵਿੱਚ ਹੀ ਜਿਹੜੇ ਹੈਗੇ ਦੇਖ ਲਓ, ਐਸੇ ਵੀ ਹੈਗੇ ਕੋਈ ਟਾਵਾਂ ਜਿਹੜਾ ਸੱਤ ਦੇ ਵਿੱਚ ਸੱਚਾ ਆਚਰਣ ਹੈ, ਸੰਤੋਖ ਦੇ ਵਿੱਚ ਰਹਿੰਦਾ ਹੈ। ਔਰ ਇਹ ਨਗਰ ਦੇ ਵਿੱਚ ਸਰੀਰ ਦੇ ਅੰਦਰ ਹੀ ਜਿਹੜਾ ਹੈਗਾ, ਅੰਦਰ ਹੀ ਵੜਦਾ ਹੈ, ਅੰਦਰ ਹੀ ਧਿਆਨ ਸਿਮਰਨ ਕਰਦਾ ਹੈ। ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ, ਇਹ ਸ਼ਾਂਤ ਹੋ ਜਾਂਦੀਆਂ। ਸਤ ਸੰਤੋਖ ਨਗਰ ਮੈਂ ਘਾਰੀ। ਆ ਘਾਰ ਆ ਉਹਦੀ ਪਾਈ। ਜਤ ਸਤ ਸੰਜਮ ਸ਼ਰਨ ਮੁਰਾਰੀ। ਇਸ ਤਰ੍ਹਾਂ ਉਹ ਮੁਰਾਰੀ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦਾ ਹੈ। ਆ ਜਤ ਸਤ ਸੰਜਮ ਆ ਉਹਦੇ ਕੋਲ, ਉਹਦਾ ਕੰਟਰੋਲ ਵੀ ਹੈਗਾ, ਸੱਚਾ ਆਚਰਣ ਵੀ ਹੈਗਾ, ਸੰਜਮ ਵੀ ਹੈਗਾ ਉਹਦੇ ਕੋਲ। ਮਨ ਰੁਕਦਾ ਹੈ, ਉਹ ਸ਼ਰਨ ਦੇ ਵਿੱਚ ਹੈ ਮਾਲਕ ਦੇ, ਉਹ ਮੁਰਾਰੀ ਦੀ। ਤੇ ਇਸ ਤਰੀਕੇ ਦੇ ਨਾਲ ਉਹਦਾ ਲੇਖਾ ਜੋਖਾ, ਉਹਦੇ ਪਾਪ ਜਿਹੜੇ ਹੈਗੇ ਮੁਰ ਜਾਂਦੇ ਆ, ਖਤਮ ਹੋ ਜਾਂਦੇ ਆ। ਦੇਖੋ ਦੋਨੋਂ ਆਪਸ਼ਨ ਹੈਗੇ ਆ, ਦੋਨੋਂ ਆਪਸ਼ਨ ਹੈਗੇ ਆਪਣੇ ਕੋਲ। ਆਪਣਾ ਜਿਹੜਾ ਹੈਗਾ ਜਿਉ ਰਾਜਾ ਹੈਗਾ। 15ਵਾਂ ਬੰਦ। ਕਾਇਆ ਕੋਟ ਗੜ੍ਹੇ ਮੈਂ ਰਾਜਾ, ਨੇਬ ਖਵਾਸ ਭਲਾ ਦਰਵਾਜ਼ਾ। ਇਹ ਸਾਰੇ ਜਿਹੜੇ ਹੈਗੇ ਆਪਣੇ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਜਿਹੜੇ ਨੌਕਰ ਆਪਣੇ ਜਿਹੜੇ ਹੈਗੇ, ਇਹ ਦਿੱਤੇ ਹੋਏ ਇੱਕ ਦਰਵਾਜ਼ਾ ਭਲਾ ਹੈਗਾ ਭਾਈ। ਮਿਥਿਆ ਲੋਭ, ਬਸ ਇਨਸਾਨ ਜੀਵ ਕੀ ਕਰਦਾ ਹੈ? ਲੋਭ ਦੇ ਵਿੱਚ ਫਸ ਜਾਂਦਾ ਹੈ, ਮਿਥਿਆ ਦੇ ਵਿੱਚ। ਮਿਥਿਆ ਆ, ਉਹਦਾ ਕੋਈ ਆਊਟਪੁੱਟ ਨਹੀਂ ਹੈਗੀ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ, ਇਹਨੂੰ ਘਰ ਦੇ ਵਿੱਚ ਵਾਸਾ ਨਹੀਂ ਹੋਣ ਵਾਲਾ। 9 ਦਰਵਾਜ਼ੇ ਜਿਹੜੇ ਹੈਗੇ, ਇਹ ਨੇਕ ਖਵਾਸ ਸਾਰੇ ਦੇ ਸਾਰੇ ਉਹਨਾਂ ਦੇ ਥਰੂ ਲੱਗ ਗਿਆ, ਜਿਹੜਾ ਭੋਗਾਂ ਦੇ ਵਿੱਚ, ਲਾਲਚ ਦੇ ਵਿੱਚ, ਪਾਪ ਕਰਨ ਦੇ ਵਿੱਚ। ਘਰ ਦੇ ਵਿੱਚ ਵਾਸਾ ਨਹੀਂ ਹੋਣਾ। ਮਿਥਿਆ ਲੋਭ ਨਾਹੀ ਕਰੇ ਵਾਸਾ, ਲੱਭ ਪਾਪ ਪਛਤਾਇੰਦਾ। ਲੱਭ ਕਰ ਕਰਕੇ, ਪਾਪ ਕਰ ਕਰਕੇ ਪਛਤਾਉਂਦਾ ਹੈ, ਫਿਰ ਜਦ ਮਨੁੱਖਾ ਸਰੀਰ ਚਲੇ ਜਾਂਦਾ ਹੈ। ਕਾਇਆ ਜਿਹੜੀ ਕੋਟ ਜਿਹੜਾ ਹੈਗਾ, ਉਹ ਉਸ ਚੋਂ ਜਿਉ ਨਿਕਲ ਜਾਂਦਾ ਹੈ। ਸਤ ਸੰਤੋਖ ਨਗਰ ਮੈਂ ਘਾਰੀ। ਆ ਇੱਕ ਐਸੀ ਕੈਟੇਗਰੀ ਵੀ ਹੈ, ਗੁਰੂ ਦੇ ਰਾਹੀਂ ਜਿਹੜੇ ਹੈਗੇ ਆ, ਉਹਨਾਂ ਨੂੰ ਗੁਰੂ ਦਾ ਸ਼ਬਦ ਮਿਲ ਜਾਂਦਾ ਹੈ, ਗੁਰੂ ਦੀ ਮੱਤ ਮਿਲ ਜਾਂਦੀ ਹੈ। ਗੁਰੂ ਦੀ ਮੱਤ ਦੇ ਨਾਲ ਸਹਿਜ ਅਵਸਥਾ ਆ ਜਾਂਦੀ ਹੈ, ਉਹ ਮਾਲਕ ਪਰਮਾਤਮਾ ਦੇ ਨਾਲ ਜੁੜ ਜਾਂਦੇ ਆ। ਇਸੇ ਨਗਰ ਦੇ ਵਿੱਚ, ਸਰੀਰ ਦੇ ਵਿੱਚ ਹੀ ਜਿਹੜੇ ਹੈਗੇ ਆ ਸੱਚੀ ਕਾਰ ਕਰਦੇ ਆ, ਉਹ
सत संतोख नगर में कारी ਜਤ ਸਤ ਸੰਜਮ ਸ਼ਰਨ ਮੁਰਾਰੀ। ਉਹ ਜਤ ਦੇ ਵਿੱਚ ਹੈ, ਜਤੀ ਹੈਗੇ, ਸਤੀ ਹੈਗੇ, ਸੱਚਾ ਆਚਰਣ ਹੈ, ਸੰਜਮ ਹੈਗਾ ਉਹਨਾਂ ਦੇ ਕੋਲ। ਉਹ ਮਾਰਿਕ ਮੁਰਾਰੀ ਦੀ ਸ਼ਰਨ ਦੇ ਵਿੱਚ ਹੈਗੇ। ਨਾਨਕ ਸਹਿਜੇ ਮਿਲੇ ਜਗ ਜੀਵਨ। ਆ ਸਹਿਜ ਅਵਸਥਾ ਹੈਗੀ, ਜਗ ਦਾ ਜੀਵਨ ਮਿਲ ਜਾਂਦਾ ਹੈ, ਉਹਨਾਂ ਦੀ ਯਾਤਰਾ ਪੂਰੀ ਹੋ ਜਾਂਦੀ ਹੈ। ਨਾਨਕ ਸਹਿਜੇ ਮਿਲੇ ਜਗ ਜੀਵਨ ਗੁਰ ਸ਼ਬਦੀ ਪਥ ਪਾਇੰਦਾ। ਆ ਹੈਗਾ ਪਾਈ ਗੁਰੂ, ਆ ਹੈਗਾ ਗੁਰੂ ਦਾ ਸ਼ਬਦ, ਜੋ ਗੁਰੂ ਦੀ ਮੱਤ, ਜੋ ਕਾਰਵਾਈ ਕਰਨ ਨੂੰ ਕਹਿ ਰਹੇ ਆ ਪ੍ਰੇਮਾ ਭਗਤੀ ਹੈਗੀ ਆ। ਇਹਦੇ ਨਾਲ ਲੋਕ ਪਰਲੋਕ ਦੇ ਵਿੱਚ ਪੱਤ ਮਿਲ ਜਾਂਦੀ ਹੈ। ਇਹ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ। ਆ ਪੂਰੀ ਜੁਗਤੀ ਹੈਗੀ ਪਾਈ। ਹੱਸਣਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਨਾ ਕੋਈ ਛੱਡਣਾ, ਨਾ ਕਿਤੇ ਜੰਗਲ 'ਚ ਜਾਣਾ, ਨਾ ਕੋਈ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਜਿੰਨੀ ਕੁ ਨੀਡ ਹੈਗੀ ਉਹਦੇ ਅਨੁਸਾਰ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ ਇਹ ਪਦਾਰਥ ਲੈਣੇ ਹੈਗੇ। ਔਰ ਕਿਉਂਕਿ ਇਹਨਾਂ ਦੇ ਸਿਰ 'ਤੇ ਆਪਣਾ ਸਰੀਰ ਚੱਲਣਾ ਆ। ਔਰ ਬਾਕੀ ਮਾਲਕ ਪਰਮਾਤਮਾ ਦੀ ਭਗਤੀ, ਮਾਲਕ ਦੀ ਯਾਦ, ਮਾਲਕ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਹੈ। ਆਹੀ ਜਿਹੜੀ ਹੈਗੀ ਆ ਗੇਮ ਹੈਗੀ ਪਾਈ। ਆਹੀ ਆ ਪੁਰਾਣ ਹੈਗੇ। ਇਹਨੂੰ ਸੁਣ ਕੇ ਜਿਹੜਾ ਹੈਗਾ ਆਪਾਂ ਨੇ ਆਹੀ ਕਰਨਾ ਹੈ ਪਾਈ। ਔਰ ਆਪਣਾ ਦੂਸਰਿਆਂ 'ਤੇ ਦਇਆ ਕਰਨੀ ਹੈ। ਔਰ ਆਪਣੇ ਉੱਤੇ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਇਹ ਕੰਟਰੋਲ ਹੋ ਸਕਦਾ ਹੈ। ਆਹੀ ਜਤ ਸਤ ਸੰਜਮ ਹੈਗਾ ਪਾਈ। ਇਸੇ ਦੇ ਨਾਲ ਇਹ ਲੱਭ ਔਰ ਪਾਪ ਜਿਹੜੇ ਹੈਗੇ ਜਾ ਸਕਦੇ। ਜੀ 16 ਹੋ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀਓ, ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਤੇ ਲਾਇਆ ਸਰ, ਆਈ ਤੇ ਲਾਇਆ ਆ ਕੇ ਤੇ ਲਾਇਆ ਸਰ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।